ਟੂ ਐਕਸਲੇਟਰ ਕਲਾਸਿਸ। ਅੱਜ ਅਸੀਂ ਇਸ ਕਲਾਸ ਦੇ ਵਿੱਚ ਮੈਗਨੈਟਿਕ ਇਫੈਕਟ ਆਫ ਕਰੰਟ ਵਾਲਾ ਚੈਪਟਰ ਡਿਸਕਸ ਕਰਾਂਗੇ ਤੇ ਅਸੀਂ ਉਹਦੇ ਵਿੱਚ ਆਰਟੀਕਲ ਦੇਖਾਂਗੇ ਗੌਸ ਥਿਊਰਮ ਇਨ ਮੈਗਨੇਟਿਜ਼ਮ। ਅਸੀਂ ਗੌਸ ਥਿਊਰਮ ਜਿਹੜੀ ਆ ਉਹ ਇਲੈਕਟ੍ਰਿਕ ਫੀਲਡ ਦੇ ਵਿੱਚ ਦੇਖ ਚੁੱਕੇ ਹਾਂ ਤੇ ਅਸੀਂ ਗੌਸ ਥਿਊਰਮ ਇਸ ਕਲਾਸ ਦੇ ਵਿੱਚ ਮੈਗਨੇਟਿਜ਼ਮ ਦੇ ਵਿੱਚ ਦੇਖਾਂਗੇ ਗੌਸ ਥਿਊਰਮ ਇਨ ਮੈਗਨੇਟਿਜ਼ਮ। ਗੌਸ ਥਿਊਰਮ ਦੀ ਜੇਕਰ ਇਲੈਕਟ੍ਰਿਕ ਫੀਲਡ ਦੇ ਵਿੱਚ ਗੱਲ ਕਰੀਏ ਜਾਂ ਇਲੈਕਟ੍ਰਿਸਿਟੀ ਦੇ ਵਿੱਚ ਗੱਲ ਕਰੀਏ, ਇਲੈਕਟ੍ਰਿਕ ਫੀਲਡ ਦੇ ਵਿੱਚ ਸਾਡੇ ਕੋਲ ਗੌਸ ਥਿਊਰਮ ਕੀ ਕਹਿੰਦੀ ਸੀ? ਸਾਨੂੰ ਗੌਸ ਥਿਊਰਮ ਕਹਿੰਦੀ ਸੀ ਕਿ E ds ਇਜ਼ ਇਕੁਅਲ ਟੂ Q upon ਐਪਸਾਈਲਨ 0। ਤੇ ਜੇਕਰ ਅਸੀਂ ਮੈਗਨੇਟਿਜ਼ਮ ਦੀ ਗੱਲ ਕਰੀਏ, ਮੈਗਨੇਟਿਜ਼ਮ ਦੇ ਵਿੱਚ ਕੀ ਆ? ਮੈਗਨੇਟਿਜ਼ਮ ਦੇ ਵਿੱਚ ਜਦੋਂ ਵੀ ਅਸੀਂ ਕਲੋਜ਼ ਸਰਫੇਸ ਲਵਾਂਗੇ ਨਾ, ਕੋਈ ਵੀ ਸਾਡੇ ਕੋਲੋਂ ਕੀ ਆ? ਕਲੋਜ਼ ਸਰਫੇਸ ਆ। ਤੇ ਕਲੋਜ਼ ਸਰਫੇਸ ਦੇ ਵਿੱਚ ਜਿੰਨੀਆਂ ਮੈਗਨੈਟਿਕ ਲਾਈਨਸ ਐਂਟਰ ਹੋ ਰਹੀਆਂ ਵਾ ਉਨੀਆਂ ਹੀ ਮੈਗਨੈਟਿਕ ਲਾਈਨਸ ਕੀ ਆ? ਬਾਹਰ ਨਿਕਲ ਰਹੀਆਂ ਵਾ। ਤੇ ਇਲੈਕਟ੍ਰਿਕ ਫੀਲਡ ਦੇ ਵਿੱਚ ਕੀ ਸੀ? ਇਹ ਤੇ ਹੋ ਗਿਆ ਮੈਗਨੈਟਿਕ ਫੀਲਡ। ਤੇ ਇਲੈਕਟ੍ਰਿਕ ਫੀਲਡ ਦੇ ਵਿੱਚ ਕੀ ਸੀ? ਪੋਜ਼ਿਟਿਵ ਚਾਰਜ ਗੌਸੀਅਨ ਸਰਫੇਸ ਦੇ ਅੰਦਰ ਸੀ ਤੇ ਸਾਰੀਆਂ ਜਿਹੜੀਆਂ ਇਲੈਕਟ੍ਰਿਕ ਲਾਈਨਸ ਆ ਉਹ ਬਾਹਰ ਆ ਰਹੀਆਂ ਸੀ ਗੌਸੀਅਨ ਸਰਫੇਸ ਨੂੰ ਟੱਚ ਕਰਕੇ। ਇੱਥੇ ਕੀ ਆ? ਸਿਰਫ ਆਊਟਵਰਡ ਆ। ਇੱਥੇ ਕੀ ਆ? ਇੱਥੇ ਜਿੰਨੀਆਂ ਇਨਵਰਡ ਆ ਉਨੀਆਂ ਹੀ ਆਊਟਵਰਡ ਆ। ਤੇ ਜੇਕਰ ਮੈਂ ਪੁੱਛਾਂ ਇਸ ਕਲੋਜ਼ ਸਰਫੇਸ ਕੋਲੋਂ ਨੈਟ ਮੈਗਨੈਟਿਕ ਲਾਈਨਸ ਕਿੰਨੀਆਂ ਵਾ ਜਾਂ ਮੈਗਨੈਟਿਕ ਫਲਕਸ ਕਿੰਨੀ ਆ, ਤੇ ਇਹਦੇ ਕੋਲੋਂ ਜਿਹੜੀ ਨੈਟ ਮੈਗਨੈਟਿਕ ਫਲਕਸ ਆ ਉਹ ਕਿੰਨੀ ਆ? 0 ਆ। ਕਿਉਂਕਿ ਇਹਦੇ ਵਿੱਚ ਅਸੀਂ ਕੀ ਮੰਨਦੇ ਆ ਕਿ ਜਿਹੜੀਆਂ ਮੈਗਨੈਟਿਕ ਲਾਈਨਸ ਕਿਸੇ ਕਲੋਜ਼ ਸਰਫੇਸ ਦੇ ਅੰਦਰ ਜਾ ਰਹੀਆਂ ਵਾ ਉਹਨਾਂ ਨੂੰ ਪੋਜ਼ਿਟਿਵ ਲੈਣਾ ਵਾ ਤੇ ਜਿਹੜੀਆਂ ਬਾਹਰ ਨਿਕਲ ਰਹੀਆਂ ਵਾ ਉਹਨਾਂ ਨੂੰ ਨੈਗੇਟਿਵ ਲੈਣਾ ਵਾ। ਤੇ ਇਹ ਚੀਜ਼ ਦਾ ਸਾਨੂੰ ਪਤਾ ਵਾ ਕਿ ਜਿੰਨੀਆਂ ਅੰਦਰ ਜਾਣਗੀਆਂ ਉਨੀਆਂ ਹੀ ਬਾਹਰ ਆਉਣਗੀਆਂ। ਇਹਦਾ ਮਤਲਬ ਜਿਹੜੀ ਨੈਟ ਫਲਕਸ ਐਸੋਸੀਏਟਡ ਵਿਦ ਐਨੀ ਕਲੋਜ਼ ਸਰਫੇਸ ਕੀ ਆ? ਉਹ ਤੇ 0 ਹੋ ਗਈ ਨਾ। ਤੇ ਫਿਰ ਇਹਦਾ ਮਤਲਬ ਆ ਗੌਸ ਥਿਊਰਮ ਇਨ ਮੈਗਨੇਟਿਜ਼ਮ ਆਪਾਂ ਕੀ ਲਿਖਾਂਗੇ? B ਲਿਖਾਂਗੇ ਇੱਥੇ BDS ਇਜ਼ ਇਕੁਅਲ ਟੂ 0। ਇਸ ਜਗ੍ਹਾ ਤੇ 0 ਹੋਏਗਾ। ਇਲੈਕਟ੍ਰਿਕ ਫੀਲਡ ਦੇ ਵਿੱਚ ਕੀ ਸੀ? Q upon ਐਪਸਾਈਲਨ 0 ਸੀ। ਤੇ ਮੈਗਨੇਟਿਜ਼ਮ ਦੇ ਵਿੱਚ ਕੀ ਆ? ਮੈਗਨੇਟਿਜ਼ਮ ਦੇ ਵਿੱਚ ਸਾਡੇ ਕੋਲੋਂ ਇਹਦਾ ਰਿਜ਼ਲਟ ਕੀ ਆ? 0 ਆ। ਸੋ ਇਹ ਗੌਸ ਥਿਊਰਮ ਆ ਮੈਗਨੇਟਿਜ਼ਮ ਦੇ ਵਿੱਚ। ਇਸ ਨੂੰ ਚੰਗੇ ਤਰੀਕੇ ਨਾਲ ਦੇਖ ਲੈਣਾ ਕਿ ਗੌਸ ਥਿਊਰਮ ਜਿਹੜੀ ਆ ਉਹ ਮੈਗਨੇਟਿਜ਼ਮ ਦੇ ਵਿੱਚ ਕੀ ਆ, ਮਤਲਬ ਉਹਦਾ ਰਿਜ਼ਲਟ ਕੀ ਆ। ਹੁਣ ਥੋੜੀ ਜੀ ਗੱਲ ਕਰ ਲੈਂਦੇ ਆ ਅਸੀਂ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਦੀ। ਜਿਵੇਂ ਕਿ ਅਸੀਂ ਹੁਣੇ ਇੱਕੋ ਲਾ ਨੂੰ, ਗੌਸ ਥਿਊਰਮ ਨੂੰ ਇਲੈਕਟ੍ਰਿਕ ਫੀਲਡ ਦੇ ਵਿੱਚ ਵੀ ਪੜ੍ਹਿਆ ਤੇ ਮੈਗਨੈਟਿਕ ਫੀਲਡ ਦੇ ਵਿੱਚ ਵੀ ਪੜ੍ਹਿਆ। ਤੇ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਇਲੈਕਟ੍ਰਿਕ ਫੀਲਡ ਵਾ ਜਾਂ ਮੈਗਨੈਟਿਕ ਫੀਲਡ ਆ, ਇਹਨਾਂ ਦਾ ਆਪਸ ਦੇ ਵਿੱਚ ਕੰਪੈਰੀਜ਼ਨ ਕੀ ਆ ਜਾਂ ਇਹਨਾਂ ਦੀ ਆਪਸ ਦੇ ਵਿੱਚ ਰਿਲੇਸ਼ਨ ਕੀ ਆ, ਰਿਲੇਟਿਵਿਟੀ ਕੀ ਆ ਇਹਨਾਂ ਦੀ ਆਪਸ ਦੇ ਵਿੱਚ। ਹੁਣ ਦੇਖੋ, ਸਾਨੂੰ ਪਤਾ ਵਾ ਕਿ ਇਲੈਕਟ੍ਰਿਕ ਫੀਲਡ ਦਾ ਸੋਰਸ ਕੌਣ ਆ? ਇਲੈਕਟ੍ਰਿਕ ਫੀਲਡ ਦਾ ਸੋਰਸ ਵਾ ਚਾਰਜ। ਤੇ ਅਸੀਂ ਇਹ ਚੀਜ਼ ਵੀ ਪੜ੍ਹੀ ਆ ਕਿ ਮੈਗਨੈਟਿਕ ਫੀਲਡ ਕਿਹਦੇ ਕਰਕੇ ਬਣਦਾ? ਮੈਗਨੈਟਿਕ ਫੀਲਡ ਬਣਦਾ ਇਹ ਕਰੰਟ ਦੇ ਕਰਕੇ। ਜਦੋਂ ਵੀ ਅਸੀਂ ਕਿਸੇ ਸੋਲੇਨੋਇਡ ਨੂੰ ਕਰੰਟ ਦਿੰਦੇ ਆ ਨਾ ਤੇ ਉਹਦੇ ਅਰਾਊਂਡ ਕੀ ਬਣਦਾ ਵਾ? ਉਹਦੇ ਅਰਾਊਂਡ ਮੈਗਨੈਟਿਕ ਫੀਲਡ ਬਣਦਾ ਵਾ। ਤੇ ਜੇਕਰ ਇਹ ਰਿਲੇਸ਼ਨ ਨੂੰ ਅਸੀਂ ਥੋੜਾ ਜਿਹਾ ਖੋਲੀਏ ਤੇ ਸਾਨੂੰ ਇਹ ਰਿਲੇਸ਼ਨ ਕਿਵੇਂ ਮਿਲਦਾ ਵਾ? Q upon 4 pi ਐਪਸਾਈਲਨ 0 r²। ਤੇ ਜੇਕਰ ਅਸੀਂ ਇਹਦੀ ਗੱਲ ਕਰਦੇ ਆ, ਇਹਦੇ ਵਿੱਚ ਸਾਡੇ ਕੋਲੋਂ ਮੀਡੀਅਮ ਦਾ ਫੈਕਟਰ ਕਿਹੜਾ ਮਿਲਦਾ ਵਾ? μ0 I ਮਿਲਦਾ ਵਾ। ਹੁਣ ਦੇਖੋ, ਮੈਂ ਇੱਥੇ ਕੀ ਕਹਿਣਾ ਚਾਹੁੰਦਾ ਵਾਂ। ਜੇਕਰ ਆਪਾਂ ਗੱਲ ਕਰੀਏ ਕਿ 1/4 pi ਐਪਸਾਈਲਨ 0 ਤੇ ਇੱਧਰ ਕੌਂਸਟੈਂਟ ਕੀ ਆ? μ0 ਆ। ਤੇ ਇਸ μ0 ਦੀ ਵੈਲਿਊ ਕਿੰਨੀ ਆ? 4 pi ਗੁਣਾ 10 ਦੀ ਪਾਵਰ -7 ਤੇ ਅੱਗੇ ਜਿੰਨਾ ਕਰੰਟ ਆ। ਤੇ ਜੇਕਰ ਅਸੀਂ ਇਹਦੀ ਗੱਲ ਕਰੀਏ 1/4 pi ਐਪਸਾਈਲਨ 0 ਤੇ ਸਾਨੂੰ ਪਤਾ ਵਾ ਕਿ ਜਿਹੜੀ ਇਹਦੀ ਵੈਲਿਊ ਆ ਨਾ ਉਹਦਾ ਆਰਡਰ ਹੈਗਾ ਵਾ 10 ਦੀ ਪਾਵਰ 9। ਬੇਸ਼ੱਕ ਅੱਗੇ ਅਸੀਂ ਸੋਰਸ ਰਹਿਣ ਦਿੰਦੇ ਆ, r² ਰਹਿਣ ਦਿੰਦੇ ਆ, ਠੀਕ ਆ। ਹੁਣ ਦੇਖੋ, ਜਦੋਂ ਕੋਈ ਰੈਸਟ ਦੇ ਉੱਪਰ ਚਾਰਜ ਵਾ ਤੇ ਉਹ ਚਾਰਜ ਇਲੈਕਟ੍ਰਿਕ ਫੀਲਡ ਬਣਾਉਂਦਾ ਵਾ ਤੇ ਉਹ ਇਲੈਕਟ੍ਰਿਕ ਫੀਲਡ ਬਣਾਉਂਦਾ ਵਾ ਨਾ ਤੇ ਮੀਡੀਅਮ ਉਹਨੂੰ ਕਿੰਨਾ ਸਪੋਰਟ ਕਰਦਾ ਵਾ? ਮੀਡੀਅਮ ਉਹਨੂੰ 10 ਦੀ ਪਾਵਰ 9 ਦੇ ਨਾਲ ਸਪੋਰਟ ਕਰਦਾ ਵਾ। ਮਤਲਬ ਉਹਦੀ ਪਰਮਿਟਿਵਿਟੀ ਜਿਹੜੀ ਆ, ਪਰਮਿਟਿਵਿਟੀ ਕੌਂਸਟੈਂਟ ਕਿੰਨਾ ਵਾ? 10 ਦੀ ਪਾਵਰ 9। ਮਤਲਬ ਇੱਕ ਚਾਰਜ ਨੂੰ ਕੁਦਰਤ ਕੀ ਕਹਿੰਦੀ ਆ ਕਿ 10 ਦੀ ਪਾਵਰ 9 ਗੁਣਾ ਇਲੈਕਟ੍ਰਿਕ ਫੀਲਡ ਬਣਾ। ਜਦੋਂ ਹੀ ਇੱਕ ਚਾਰਜ ਦੇ ਅੰਦਰੋਂ ਇਲੈਕਟ੍ਰਿਕ ਫੀਲਡ ਬਾਹਰ ਆਉਣ ਲੱਗਦਾ ਵਾ ਨਾ ਤੇ ਜਿਹੜਾ ਮੀਡੀਅਮ ਕੀ ਕਰਦਾ ਵਾ? ਉਸ ਇਲੈਕਟ੍ਰਿਕ ਫੀਲਡ ਨੂੰ 10 ਦੀ ਪਾਵਰ 9 ਗੁਣਾ ਮਜ਼ਬੂਤ ਕਰ ਦਿੰਦਾ ਵਾ। ਪਰ ਜੇਕਰ ਅਸੀਂ ਗੱਲ ਕਰੀਏ ਮੈਗਨੈਟਿਕ ਫੀਲਡ ਦੀ,
ਤੇ ਮੈਗਨੈਟਿਕ ਫੀਲਡ ਦੇ ਵਿੱਚ ਸਾਡੇ ਕੋਲੋਂ ਕੀ ਆ, ਮੈਗਨੈਟਿਕ ਫੀਲਡ ਦੇ ਵਿੱਚ ਸਾਡੇ ਕੋਲੋਂ ਆ ਕਿ 4 ਪਾਈ ਗੁਣਾ 10 ਦੀ ਪਾਵਰ -7। ਮਤਲਬ ਕੀ ਹੋ ਗਿਆ ਕਿ ਜਦੋਂ ਇਹੀ ਚਾਰਜ ਮੂਵ ਕਰਨ ਡੈ ਪੈਂਦਾ ਵਾ, ਚਾਰਜ ਇਨ ਮੋਸ਼ਨ, ਕਿਉਂਕਿ ਚਾਰਜ ਇਨ ਮੋਸ਼ਨ ਕਰਕੇ ਹੀ ਤੇ ਕਰੰਟ ਬਣੇਗਾ। ਇੱਥੇ ਕੀ ਆ, ਚਾਰਜ ਐਟ ਰੈਸਟ। ਜਦੋਂ ਚਾਰਜ ਰੈਸਟ ਦੇ ਉੱਪਰ ਆ ਤੇ ਕੁਦਰਤ ਨੇਚਰ ਕੀ ਕਰਦੀ ਪਈ ਆ, ਮੀਡੀਅਮ ਕੀ ਕਰਦਾ ਪਿਆ ਵਾ ਕਿ ਉਹਦੇ ਫੀਲਡ ਨੂੰ 10 ਦੀ ਪਾਵਰ 9 ਦੇ ਨਾਲ ਮਲਟੀਪਲਾਈ ਕਰਦਾ ਪਿਆ ਵਾ। ਪਰ ਜਦੋਂ ਇਹੀ ਚਾਰਜ ਜਿਹੜਾ ਵਾ ਨਾ ਮੂਵ ਕਰਨਾ ਸਟਾਰਟ ਕਰਦਾ ਵਾ ਤੇ ਨੇਚਰ ਨੂੰ ਮੂਵ ਕਰਦਾ ਇਹ ਚਾਰਜ ਬਹੁਤਾ ਵਧੀਆ ਨਹੀਂ ਲੱਗਦਾ। ਇਹ ਕਿੱਥੋਂ ਪਤਾ ਲੱਗਦਾ ਵਾ, ਇਹ ਇਸ ਚੀਜ਼ ਤੋਂ ਪਤਾ ਲੱਗਦਾ ਵਾ ਕਿ ਜਦੋਂ ਇਹ ਚਾਰਜ ਮੂਵ ਕਰਦਾ ਵਾ ਨਾ ਤੇ ਇਹਨੇ ਮੂਵ ਕਰਦੇ ਹੋਏ ਚਾਰਜ ਨੇ ਜਿੰਨਾ ਮੈਗਨੈਟਿਕ ਫੀਲਡ ਬਣਾਉਣਾ ਸੀ, ਇਹ ਕੁਦਰਤ, ਇਹ ਮੀਡੀਅਮ ਉਹਨੂੰ ਉਨਾ ਮੈਗਨੈਟਿਕ ਫੀਲਡ ਨਹੀਂ ਬਣਾਉਣ ਦਿੰਦੀ। ਤੇ ਫਿਰ ਕਿੰਨਾ ਬਣਾਉਣ ਦਿੰਦੀ ਆ, ਸਾਨੂੰ ਪਤਾ ਵਾ ਕਿ 10 ਦੀ ਪਾਵਰ -7 ਤੋੜ ਦਿੰਦੀ ਆ, ਮਤਲਬ ਉਹਨੂੰ ਘੱਟ ਬਣਾਉਣ ਦਿੰਦੀ ਆ। ਓਵਰਆਲ ਗੱਲ ਇਹ ਹੋ ਗਈ ਕਿ ਜਦੋਂ ਚਾਰਜ ਰੈਸਟ ਤੇ ਆ ਨਾ ਉਦੋਂ ਨੇਚਰ ਮਿਹਰਬਾਨ ਆ, ਉਦੋਂ ਨੇਚਰ ਇਸ ਚਾਰਜ ਨੂੰ ਇਲੈਕਟ੍ਰਿਕ ਫੀਲਡ ਬਣਾਉਣ ਦੇ ਵਿੱਚ 10 ਦੀ ਪਾਵਰ 9 ਗੁਣਾ ਸਪੋਰਟ ਕਰ ਰਹੀ ਆ। ਪਰ ਜਦੋਂ ਇਹੀ ਚਾਰਜ ਮੋਸ਼ਨ ਦੇ ਵਿੱਚ ਚੱਲਦਾ ਵਾ ਜਾਂ ਜਦੋਂ ਇਹ ਚਾਰਜ ਮੂਵ ਕਰਨ ਲੱਗਦਾ ਵਾ ਤੇ ਨੇਚਰ ਕੀ ਕਰਦੀ ਆ, ਮੀਡੀਅਮ ਕੀ ਕਰਦਾ, ਇਹਦੇ ਕੋਲ ਪਾਵਰਾਂ ਖੋ ਲੈਂਦਾ। ਇਹਨੂੰ ਕੀ ਦਿੰਦਾ ਵਾ, ਇਹਨੂੰ ਸਿਰਫ ਮੈਗਨੈਟਿਕ ਫੀਲਡ ਦਿੰਦਾ ਵਾ ਤੇ ਉਹ ਮੈਗਨੈਟਿਕ ਫੀਲਡ ਜਿੰਨਾ ਇਹਨੇ ਬਣਾਉਣਾ ਸੀ ਉਹ ਵੀ ਨਹੀਂ ਬਣਾਉਣ ਦਿੰਦਾ। ਉਹਦੇ ਤੋਂ ਵੀ ਕੀ ਆ, 10 ਦੀ ਪਾਵਰ -7 ਟਾਈਮਸ ਜਿਹੜਾ ਵਾ ਉਹ ਘੱਟ ਬਣਾਉਣ ਦਿੰਦਾ ਵਾ। ਵੈਸੇ ਵੀ ਸਾਨੂੰ ਪਤਾ ਵਾ ਕਿ ਜੇਕਰ ਅਸੀਂ ਗੱਲ ਕਰੀਏ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਦੀ ਤੇ ਇਹਨਾਂ ਦਾ ਕੰਪੈਰੀਜ਼ਨ ਕਰੀਏ ਤਾਂ ਸਾਡੇ ਕੋਲੋਂ ਇਹਦੀ ਵੈਲਿਊ ਕਿੰਨੀ ਆਉਂਦੀ ਆ, 10 ਦੀ ਪਾਵਰ 19। ਤੇ ਜੇਕਰ ਅਸੀਂ ਇਲੈਕਟ੍ਰਿਕ ਫੋਰਸ ਤੇ ਮੈਗਨੈਟਿਕ ਫੋਰਸ ਦਾ ਕੰਪੈਰੀਜ਼ਨ ਕਰੀਏ ਤੇ 10 ਦੀ ਪਾਵਰ ਕਿੰਨਾ ਆਉਂਦਾ ਵਾ, 27। ਇਹ ਸਾਡੇ ਕੋਲੋਂ ਕਿੰਨਾ ਆ, 27। ਇੱਥੇ ਆਪਾਂ ਇੱਕ ਗੱਲ ਕਹਿ ਸਕਦੇ ਹਾਂ ਕਿ ਆਪਾਂ ਕਿਸੇ ਜਗ੍ਹਾ ਦੇ ਉੱਪਰ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਦੀ ਸਟਰੈਂਥ ਸੇਮ ਕਰ ਸਕਦੇ ਹਾਂ। ਕਿਸੇ ਵੀ ਜਗ੍ਹਾ ਤੇ ਆਪਾਂ ਇਲੈਕਟ੍ਰਿਕ ਫੋਰਸ ਤੇ ਮੈਗਨੈਟਿਕ ਫੋਰਸ ਦੀ ਸਟਰੈਂਥ ਸੇਮ ਕਰ ਸਕਦੇ ਹਾਂ। ਇਹ ਜਿਹੜਾ ਆਪਾਂ ਰਿਲੇਸ਼ਨ ਕੱਢਿਆ ਨਾ, ਇਹ ਆਪਾਂ ਇੱਕ ਚਾਰਜ ਤੋਂ ਕੱਢਿਆ ਕਿ ਇੱਕ ਚਾਰਜ ਜਦੋਂ ਰੈਸਟ ਦੇ ਉੱਪਰ ਆ ਉਹਦਾ ਇਲੈਕਟ੍ਰਿਕ ਫੀਲਡ ਤੇ ਉਹੀ ਚਾਰਜ ਜਦੋਂ ਮੂਵ ਕਰਦਾ ਵਾ ਉਹਦਾ ਮੈਗਨੈਟਿਕ ਫੀਲਡ। ਮਤਲਬ ਸਾਡੇ ਪਿੱਛੇ ਕੌਨਸਟੈਂਟ ਕੀ ਆ, ਇੱਕ ਚਾਰਜ ਪਾਰਟੀਕਲ, ਤੇ ਉਸ ਚਾਰਜ ਪਾਰਟੀਕਲ ਦੇ ਮੋਸ਼ਨ ਤੋਂ ਹੀ ਉਹਦੇ ਇਲੈਕਟ੍ਰਿਕ ਫੀਲਡ ਤੇ ਉਹਦੇ ਮੈਗਨੈਟਿਕ ਫੀਲਡ ਨੂੰ ਅਬਜ਼ਰਵ ਕੀਤਾ ਵਾ। ਉਹਦੀ ਇਲੈਕਟ੍ਰਿਕ ਫੋਰਸ ਤੇ ਉਹਦੀ ਮੈਗਨੈਟਿਕ ਫੋਰਸ ਨੂੰ ਅਸੀਂ ਕੀ ਕੀਤਾ ਵਾ, ਅਬਜ਼ਰਵ ਕੀਤਾ ਵਾ। ਵੈਸੇ ਵੀ ਸਾਨੂੰ ਇੱਕ ਗੱਲ ਹੋਰ ਪਤਾ ਵਾ ਕਿ Q ਇਜ਼ ਇਕੁਅਲ ਟੂ ਕਿਹਦੇ ਬਰਾਬਰ ਹੁੰਦਾ, I ਇੰਟੂ T ਦੇ ਬਰਾਬਰ ਹੁੰਦਾ। ਤੇ Q ਕਿਹਦਾ ਸੋਰਸ ਆ, Q ਸੋਰਸ ਵਾ ਇਲੈਕਟ੍ਰਿਕ ਫੀਲਡ ਦਾ ਤੇ ਕਰੰਟ ਕਿਹਦਾ ਸੋਰਸ ਵਾ, ਮੈਗਨੈਟਿਕ ਫੀਲਡ ਦਾ। ਹੁਣ ਇਹਦਾ ਮਤਲਬ ਇਲੈਕਟ੍ਰਿਕ ਫੀਲਡ ਦੇ ਬਰਾਬਰ ਹੋਣ ਲਈ ਮੈਗਨੈਟਿਕ ਫੀਲਡ ਨੂੰ ਕਿਸੇ ਟਰਮ ਦਾ ਸਹਾਰਾ ਲੈਣਾ ਪਿਆ, T ਦਾ। ਇਹਦਾ ਮਤਲਬ ਇੱਥੋਂ ਵੀ ਤਾਂ ਸਾਨੂੰ ਸਾਬਤ ਹੋ ਗਿਆ ਨਾ ਕਿ ਇਲੈਕਟ੍ਰਿਕ ਫੀਲਡ ਜਿਹੜਾ ਵਾ ਉਹ ਗ੍ਰੇਟਰ ਦੈਨ ਵਾ ਮੈਗਨੈਟਿਕ ਫੀਲਡ ਦੇ ਨਾਲੋਂ। ਸੋ ਅਸੀਂ ਇੱਥੇ ਕੀ ਆ, ਇੱਥੇ ਅਸੀਂ ਕੰਪੈਰੀਜ਼ਨ ਕੀਤਾ ਕਿ ਨੇਚਰ ਇੱਕ ਖੜੇ ਚਾਰਜ ਦੇ ਉੱਪਰ ਕਿਵੇਂ ਮਿਹਰਬਾਨ ਆ ਤੇ ਜਦ ਉਹੀ ਚਾਰਜ ਮੂਵ ਕਰਨ ਦੀ ਕੋਸ਼ਿਸ਼ ਕਰਦਾ ਵਾ ਤੇ ਨੇਚਰ ਕੀ ਕਰਦੀ ਆ, ਉਹਦੀਆਂ ਪਾਵਰਸ ਨੂੰ ਕੱਟ ਕਰ ਦਿੰਦੀ ਆ, ਉਹਨੂੰ ਮੈਗਨੈਟਿਕ ਫੀਲਡ ਵੀ ਦਿੰਦੀ ਆ ਤੇ ਮੈਗਨੈਟਿਕ ਫੀਲਡ ਵੀ ਉਹਨੂੰ 10 ਦੀ ਪਾਵਰ -7 ਲਾ ਕੇ ਦਿੰਦੀ ਆ। ਹੁਣ ਮੈਥਮੈਟਿਕਲੀ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋਏਗਾ ਕਿ 10 ਦੀ ਪਾਵਰ 9 ਤੇ 10 ਦੀ ਪਾਵਰ -7 ਦੇ ਵਿੱਚ ਕੀ ਡਿਫਰੈਂਸ ਆ। 10 ਦੀ ਪਾਵਰ 9 ਮਤਲਬ ਬਹੁਤ ਪੋਜ਼ਿਟਿਵਿਟੀ ਆ, ਬਹੁਤ ਮੀਡੀਅਮ ਮਿਹਰਬਾਨ ਆ, ਤੇ 10 ਦੀ ਪਾਵਰ -7 ਦਾ ਮਤਲਬ ਆ ਕਿ ਜਿੰਨਾ ਤੁਸੀਂ ਲੈ ਕੇ ਆ ਰਹੇ ਜੋ ਉਹਨਾਂ ਵੀ ਤੁਹਾਡਾ ਮੈਗਨੈਟਿਕ ਫੀਲਡ ਅਸੀਂ ਬਾਹਰ ਨਹੀਂ ਆਉਣ ਦੇਣਾ, ਮੀਡੀਅਮ ਦੇ ਵਿੱਚ ਉਹਨੂੰ ਖਿਲਰਨ ਨਹੀਂ ਦੇਣਾ। ਇਸ ਕਰਕੇ ਕੀ ਆ, ਇਹ ਸਾਡਾ ਕੰਪੈਰੀਜ਼ਨ ਆ। ਇਹਨੂੰ ਅਸੀਂ ਇੱਕ ਜਨਰਲ ਸੋਸ਼ਲ ਐਗਜ਼ਾਮਪਲ ਨਾਲ ਵੀ ਜੋੜ ਸਕਦੇ ਹਾਂ ਕਿ ਜਿਵੇਂ ਅਸੀਂ ਕਹਿੰਦੇ ਹਾਂ ਕਿ ਇੱਕ ਬੱਚਾ ਘਰ ਦੇ ਵਿੱਚ ਰਹਿੰਦਾ ਵਾ ਤੇ ਮਾਂ ਪਿਓ ਦਾ ਲਾਡਲਾ ਵਾ, ਤੇ ਜਦੋਂ ਉਹ ਬੱਚਾ ਘਰ ਦੇ ਵਿੱਚੋਂ ਘਰ ਦੀ ਦਹਲੀਜ਼ ਨੂੰ ਟੱਪ ਕੇ ਮੂਵ ਕਰਨ ਦੀ ਕੋਸ਼ਿਸ਼ ਕਰਦਾ ਵਾ ਤੇ ਉਹ ਮਾਂ-ਬਾਪ ਦਾ ਲਾਡਲਾ ਨਹੀਂ ਰਹਿੰਦਾ। ਤੇ ਉਹੀ ਗੱਲ ਇੱਥੇ ਆ ਕਿ ਚਾਰਜ ਰੈਸਟ ਤੇ ਆ ਤੇ ਨੇਚਰ ਮਿਹਰਬਾਨ ਆ, ਤੇ ਚਾਰਜ ਮੂਵ ਕਰਦਾ ਵਾ ਤੇ ਨੇਚਰ ਜਿਹੜੀ ਆ ਉਹ ਬੁਰਾ ਮਨਾਉਂਦੀ ਆ, ਨੇਚਰ ਇਸ ਚੀਜ਼ ਨੂੰ ਅੱਛਾ ਨਹੀਂ ਸਮਝਦੀ। ਹੁਣ ਇਸ ਤੋਂ ਬਾਅਦ ਵਿੱਚ ਆਪਾਂ ਕੁਝ ਟਰਮਸ ਦੇਖਦੇ ਹਾਂ ਜਿਹੜੀਆਂ ਕੀ ਆ, ਮੈਗਨੇਟਿਜ਼ਮ ਦੇ ਨਾਲ ਰਿਲੇਟਡ ਆ।
मतलब ਅਸੀਂ ਕੁਛ ਇਹੋ ਜਿਹੇ ਪੈਰਾਮੀਟਰ ਇਹੋ ਜਿਹੀਆਂ ਟਰਮਸ ਨੂੰ ਸਿੱਖਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਮੈਗਨੇਟਿਜ਼ਮ ਦੇ ਨਾਲ ਰਿਲੇਟਡ ਆ। ਇਹ ਜਿਹੜੀਆਂ ਟਰਮਸ ਆ ਅੱਗੇ ਹਾਇਰ ਸਟੱਡੀ ਦੇ ਵਿੱਚ ਤੁਸੀਂ BSc MSc ਦੇ ਵਿੱਚ ਵੀ ਜਾਓਗੇ ਇਹ ਬਹੁਤ ਜ਼ਿਆਦਾ ਕੰਮ ਆਉਣਗੀਆਂ। ਬੇਸਿਕਲੀ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗੇਗਾ ਕਿ ਇੰਟੈਂਸਿਟੀ ਆਫ ਮੈਗਨੈਟਿਕ ਫੀਲਡ ਕੀ ਹੁੰਦਾ ਵਾ, ਮੈਗਨੈਟਿਕ ਫੀਲਡ ਕੀ ਹੁੰਦਾ ਵਾ, ਸੁਸੈਪਟੀਬਿਲਿਟੀ ਕੀ ਹੁੰਦੀ ਆ। ਇਹ ਸਾਰੀਆਂ ਟਰਮਸ ਨੂੰ ਆਪਾਂ ਕੀ ਆ ਇੱਥੇ ਡਿਸਕਸ ਕਰਾਂਗੇ। ਹੁਣ ਦੇਖੋ ਸਾਨੂੰ ਪਤਾ ਵਾ ਕਿ ਇੱਕ ਕਰੰਟ ਕੈਰਿੰਗ ਕੋਇਲ ਆ ਜਿਹੜੀ ਅਸੀਂ ਬਣਾ ਕੇ ਦੇਖਿਆ ਕਿ ਇੱਕ ਕਰੰਟ ਕੈਰਿੰਗ ਕੋਇਲ ਜਿਹੜੀ ਆ ਉਹ ਆਪਣੇ ਆਲੇ ਦੁਆਲੇ ਕੀ ਕਰਦੀ ਆ, ਮੈਗਨੈਟਿਕ ਫੀਲਡ ਬਣਾਉਂਦੀ ਆ। ਤੇ ਜਦੋਂ ਅਸੀਂ ਉਸੇ ਕਰੰਟ ਕੈਰਿੰਗ ਕੋਇਲ ਦੇ ਅੱਗੇ ਹੋਰ ਜ਼ਿਆਦਾ ਕੋਇਲਸ ਜੋੜ ਦਿੰਦੇ ਆ ਤੇ ਉਹ ਕੀ ਬਣ ਜਾਂਦੀ ਆ, ਸੋਲੇਨੋਇਡ ਬਣ ਜਾਂਦੀ ਆ। ਤੇ ਉਹ ਸੋਲੇਨੋਇਡ ਕੀ ਆ, ਇੱਕ ਬਾਰ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਆ। ਉਹਦਾ ਇੱਕ ਸਿਰਾ ਨਾਰਥ ਹੁੰਦਾ ਵਾ ਤੇ ਉਹਦਾ ਇੱਕ ਸਿਰਾ ਸਾਊਥ ਹੁੰਦਾ ਵਾ। ਤੇ ਅਸੀਂ ਉਹਦੀ ਕੀ ਆ ਪੋਲੈਰਿਟੀ ਚੇਂਜ ਵੀ ਕਰ ਸਕਦੇ ਹਾਂ। ਜੇ ਅਸੀਂ ਉਹਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਨੂੰ ਬਦਲ ਦਾਂਗੇ ਤੇ ਉਹਦਾ ਨਾਰਥ ਪੋਲ ਜਿਹੜਾ ਵਾ ਉਹ ਸਾਊਥ ਪੋਲ ਬਣ ਜਾਣਾ ਤੇ ਉਹਦਾ ਸਾਊਥ ਪੋਲ ਕੀ ਆ, ਨਾਰਥ ਪੋਲ ਬਣ ਜਾਣਾ। ਸੋ ਅਸੀਂ ਇਸੇ ਚੀਜ਼ ਤੋਂ ਇਸੇ ਗੱਲ ਤੋਂ ਆਪਣੀਆਂ ਇਹਨਾਂ ਟਰਮਸ ਨੂੰ ਜਿਹੜਾ ਵਾ ਉਹ ਰਿਪਰੈਜ਼ੈਂਟ ਜਾਂ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਆਪਾਂ ਕਿਵੇਂ ਸਮਝ ਸਕਦੇ ਹਾਂ। ਹੁਣ ਦੇਖੋ ਅਸੀਂ ਕਿਹਾ ਕਿ ਜਿਹੜੀ ਇੱਕ ਸਰਕੂਲਰ ਟਰਨ ਆ ਉਹ ਕਿੰਨਾ ਮੈਗਨੈਟਿਕ ਫੀਲਡ ਬਣਾ ਸਕਦੀ ਆ। ਤੇ ਅਸੀਂ ਉਹਦੇ ਵਿੱਚ ਪੜ੍ਹਿਆ ਕਿ ਇਹ ਕਿੰਨਾ ਮੈਗਨੈਟਿਕ ਫੀਲਡ ਬਣਾ ਸਕਦੀ ਆ ਇਹ ਡਿਪੈਂਡ ਕਰਦਾ ਵਾ ਕਿ ਇਹਦੇ ਵਿੱਚੋਂ ਕਿੰਨਾ ਕਰੰਟ ਫਲੋ ਹੋ ਰਿਹਾ। ਅਸੀਂ ਕਿਹਾ ਕਿ ਜਿੰਨਾ ਜ਼ਿਆਦਾ ਕਰੰਟ ਉਨਾ ਜ਼ਿਆਦਾ ਮੈਗਨੈਟਿਕ ਫੀਲਡ। ਤੇ ਜੇ ਅਸੀਂ ਕਿਹਾ ਕਿ ਇਹ ਜਿਹੜੀਆਂ ਟਰਨਸ ਆ ਮਤਲਬ ਇਹ ਟਰਨਸ ਦੀ ਗਿਣਤੀ ਜਿਹੜੀ ਆ ਉਹ ਵੱਧ ਗਈ, ਮਤਲਬ ਟਰਨਸ ਜਿਹੜੀਆਂ ਵਾ ਇਨਕਰੀਜ਼ ਹੋ ਗਈਆਂ। ਤੇ ਜੇ ਟਰਨਸ ਇਨਕਰੀਜ਼ ਹੋ ਗਈਆਂ ਤੇ ਕਿੰਨੀਆਂ ਇਨਕਰੀਜ਼ ਹੋ ਗਈਆਂ, ਫਿਰ ਅਸੀਂ ਰਿਲੇਸ਼ਨ ਲਿਖ ਲਿਆ NI, ਮਤਲਬ ਨੰਬਰ ਆਫ ਟਰਨਸ ਜਿੰਨੀਆਂ ਹੋਣਗੀਆਂ ਉਨਾ ਜ਼ਿਆਦਾ ਮੈਗਨੈਟਿਕ ਫੀਲਡ। ਮੈਂ ਇੱਥੇ ਫੇਰ ਕਹਿ ਰਿਹਾ, ਪਹਿਲੀ ਲਾਈਨ 'ਚ ਮੈਂ ਕਿਹਾ ਕਿ ਇਸ ਰਿੰਗ ਦਾ ਮੈਗਨੈਟਿਕ ਫੀਲਡ ਕਿਤੇ ਡਿਪੈਂਡ ਕਰਦਾ ਵਾ, ਕਰੰਟ ਤੇ ਕਰਦਾ। ਜਿੰਨਾ ਜ਼ਿਆਦਾ ਕਰੰਟ ਉਨਾ ਜ਼ਿਆਦਾ ਮੈਗਨੈਟਿਕ ਫੀਲਡ। ਪਰ ਜੇਕਰ ਇਹ ਟਰਨਸ ਵੱਧ ਜਾਣਗੀਆਂ ਨਾ, ਮਤਲਬ ਇਹ ਰਿੰਗਸ ਜਿਹੜੀਆਂ ਵਾ ਵੱਧ ਕੇ 5 ਹੋ ਜਾਣ, 10 ਹੋ ਜਾਣ ਜਾਂ N ਹੋ ਜਾਣ, ਫਿਰ ਉਨੇ ਗੁਣਾ ਹੀ ਵੱਧ ਮੈਗਨੈਟਿਕ ਫੀਲਡ ਬਣ ਜਾਂਦਾ ਵਾ। ਤੇ ਆਪਾਂ ਇਹ ਦੇਖ ਲਿਆ ਮਤਲਬ ਉਨੇ ਗੁਣਾ ਵੱਧ ਮੈਗਨੈਟਿਕ ਫੀਲਡ ਬਣਨਾ ਵਾ। ਪਰ ਕੀ ਇੰਨਾ ਮੈਗਨੈਟਿਕ ਫੀਲਡ ਜਿਹੜਾ ਵਾ ਜਿੰਨੀ ਇਹਦੀ ਸ਼ਮਤਾ ਵਾ ਉਨਾ ਮੈਗਨੈਟਿਕ ਫੀਲਡ ਸਪੇਸ ਦੇ ਵਿੱਚ ਆਉਂਦਾ ਵਾ? ਤੇ ਆਨਸਰ ਆ ਨਹੀਂ ਆ। ਹੁਣ ਦੇਖੋ ਅਸੀਂ ਦੇਖਿਆ ਕਿ ਇਹਦੇ ਵਿੱਚ ਕਿੰਨੀ ਸ਼ਮਤਾ ਵਾ, ਇਹਦੇ ਵਿੱਚ ਸ਼ਮਤਾ ਹੈਗੀ ਆ ਮੈਗਨੈਟਿਕ ਫੀਲਡ ਬਣਾਉਣ ਦੀ NI। ਪਰ ਬਾਹਰ ਕਿੰਨਾ ਆਇਆ, ਜਦੋਂ ਅਸੀਂ ਮੀਡੀਅਮ ਦਾ ਫੈਕਟਰ ਲਾਇਆ ਤੇ ਬਾਹਰ ਆਇਆ μ0 NI। μ0 ਕੀ ਆ, μ0 ਟਾਈਮਸ ਘਟ ਗਿਆ। ਮੇਰੇ ਕਹਿਣ ਦਾ ਮਤਲਬ ਦੇਖੋ ਜਦੋਂ ਇਸ ਰਿੰਗਸ ਦੇ ਵਿੱਚੋਂ ਮੈਗਨੈਟਿਕ ਫੀਲਡ ਬਾਹਰ ਨਿਕਲਣ ਲੱਗਦਾ ਵਾ ਨਾ ਉਸ ਸਮੇਂ ਉਹ ਬਹੁਤ ਮਜ਼ਬੂਤ ਹੁੰਦਾ ਵਾ। ਪਰ ਜਦੋਂ ਹੀ ਮੈਗਨੈਟਿਕ ਫੀਲਡ ਬਾਹਰ ਨਿਕਲ ਕੇ ਸਪੇਸ ਦੇ ਵਿੱਚ ਆਉਂਦਾ ਵਾ ਨਾ ਉਦੋਂ ਉਹਦਾ ਮੈਗਨੈਟਿਕ ਫੀਲਡ ਕੀ ਹੋ ਜਾਂਦਾ ਵਾ, ਕਮਜ਼ੋਰ ਹੋ ਜਾਂਦਾ ਵਾ। ਇਹਦਾ ਮਤਲਬ ਜਿੰਨੀ ਇਸ ਕੋਇਲ ਦੇ ਵਿੱਚ ਤਾਕਤ ਸੀ ਮੈਗਨੈਟਿਕ ਫੀਲਡ ਬਣਾਉਣ ਦੀ ਓਨਾ ਮੈਗਨੈਟਿਕ ਫੀਲਡ ਸਪੇਸ ਦੇ ਵਿੱਚ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਕਿਉਂਕਿ ਸਪੇਸ ਦੇ ਵਿੱਚ ਕਿੰਨਾ ਆਉਂਦਾ ਵਾ, ਸਪੇਸ ਦੇ ਵਿੱਚ ਇਹ ਵਾਲਾ ਆਉਂਦਾ ਵਾ। ਤੇ ਤਾਕਤ ਕਿੰਨੀ ਸੀ, ਉਹਦੀ ਸਟਰੈਂਥ ਕਿੰਨੀ ਸੀ, ਉਹਦੀ ਸਟਰੈਂਥ ਸੀ B ਡਾਇਰੈਕਟਲੀ ਪ੍ਰੋਪੋਰਸ਼ਨਲ ਟੂ NI। ਜਦੋਂ ਹੀ ਇਹਨੇ ਇੰਨਾ ਮੈਗਨੈਟਿਕ ਫੀਲਡ ਬਣਾਉਣ ਲਈ ਹਵਾ ਦੇ ਵਿੱਚ ਛੱਡਿਆ ਤੇ ਉਸੇ ਵੇਲੇ ਮੀਡੀਅਮ ਨੇ ਕੀ ਕੀਤਾ, ਇਹਨੂੰ ਰਿਡਿਊਸ ਕਰਤਾ, ਘਟਾਤਾ। ਤੇ ਹੁਣ ਦੇਖੋ ਜਦੋਂ ਆਪਾਂ ਕਹਿੰਦੇ ਨਾ ਇਹਦੇ ਵਿੱਚ ਮੈਗਨੈਟਿਕ ਫੀਲਡ ਬਣਾਉਣ ਦੀ ਤਾਕਤ ਕਿੰਨੀ ਸੀ ਤੇ ਉਹ ਕੀ ਆ, NI। ਉਹਨੂੰ ਆਪਾਂ ਲਿਖਦੇ ਆ H ਦੇ ਨਾਲ। ਤੇ ਇਹ ਕੀ ਆ, ਇਹ ਆ ਇੰਟੈਂਸਿਟੀ ਆਫ ਮੈਗਨੈਟਿਕ ਫੀਲਡ। ਇੰਟੈਂਸਿਟੀ ਆਫ ਮੈਗਨੈਟਿਕ ਫੀਲਡ ਇਹ ਵੀ ਮੈਗਨੈਟਿਕ ਫੀਲਡ ਹੀ ਆ। ਜਦੋਂ ਮੈਂ ਕਹਿ ਰਿਹਾ ਨਾ ਇੰਟੈਂਸਿਟੀ ਆਫ ਮੈਗਨੈਟਿਕ ਫੀਲਡ ਤੇ ਇਹ ਵੀ ਮੈਗਨੈਟਿਕ ਫੀਲਡ ਹੀ ਆ, ਪਰ ਇਹ ਬਾਹਰ ਨਹੀਂ ਆਉਂਦਾ। ਇਹ ਕੀ ਆ, ਜੇ ਪਿੱਛੋਂ ਇਸ ਕੋਇਲ ਨੇ 100 ਮੈਗਨੈਟਿਕ ਫੀਲਡ ਕੱਢਿਆ ਵਾ ਤੇ ਮੀਡੀਅਮ ਨੇ ਕੀ ਕੀਤਾ, 100 ਨਹੀਂ ਰਹਿਣ ਦਿੱਤਾ, 100 ਨੂੰ ਘਟਾਤਾ ਵਾ। ਕਿਉਂਕਿ μ0 ਦੀ ਵੈਲਿਊ ਸਾਨੂੰ ਪਤਾ ਵਾ 4 ਪਾਈ, ਸਾਨੂੰ ਪਤਾ ਇਹਦੀ ਵੈਲਿਊ ਕਿੰਨੀ, 4 ਪਾਈ ਗੁਣਾ 10 ਦੀ ਪਾਵਰ -7, ਮਤਲਬ ਘਟਾਤੀ ਆ ਵੈਲਿਊ। ਤੇ ਇਹ ਜਿਹੜਾ ਮਤਲਬ NI ਆ ਇਹਨੂੰ ਅਸੀਂ ਕੀ ਬੋਲਦੇ ਆ, ਇੰਟੈਂਸਿਟੀ ਆਫ ਮੈਗਨੈਟਿਕ ਫੀਲਡ। ਇਹ ਬੇਸਿਕਲੀ ਉਸ ਕੋਇਲ ਦੀ ਯੋਗਤਾ ਵਾ ਕਿ ਇੰਨਾ ਮੈਗਨੈਟਿਕ ਫੀਲਡ ਉਹਨੇ ਪੈਦਾ ਕੀਤਾ ਵਾ। ਤੇ ਜਿੰਨਾ ਉਹਨੇ ਪੈਦਾ ਕੀਤਾ ਵਾ ਨਾ ਉਹਨੂੰ ਆਪਾਂ ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ, H ਦੇ ਨਾਲ ਕਰਦੇ ਹਾਂ। ਪਰ ਇਹ ਮੈਗਨੈਟਿਕ ਫੀਲਡ ਬਾਹਰ ਨਹੀਂ ਆਉਂਦਾ। ਮੈਂ ਬਾਰ-ਬਾਰ ਕਹਿ ਰਿਹਾ ਇਹ ਬਾਹਰ ਨਹੀਂ ਆਉਂਦਾ। ਬਾਹਰ ਕਿਹੜਾ ਆਉਂਦਾ ਵਾ, ਬਾਹਰ ਸਾਡੇ ਕੋਲੋਂ ਇਹ ਵਾਲਾ ਆਉਂਦਾ ਵਾ 4 ਪਾਈ ਗੁਣਾ 10 ਦੀ ਪਾਵਰ -7 ਘੱਟ ਕਰਕੇ। ਸੋ
ਆਪਾਂ H ਨੂੰ ਕੀ ਕਹਿਣਾ ਵਾ ਇੰਟੈਂਸਿਟੀ ਆਫ ਮੈਗਨੈਟਿਕ ਫੀਲਡ। ਹੁਣ ਸੈਕੰਡਲੀ ਦੇਖੋ ਕਿ ਜੇਕਰ ਮੈਂ ਇਸ ਕੋਇਲ ਦੇ ਅੰਦਰ ਇੱਕ ਸੌਫਟ ਆਇਰਨ ਕੋਰ ਰੱਖਦਾ, ਮਤਲਬ ਇੱਕ ਲੋਹੇ ਦਾ ਸਿਲੰਡਰੀਕਲ ਟੁਕੜਾ ਰੱਖਦਾ, ਜਿਵੇਂ ਮੰਨ ਲਓ ਮੇਰੇ ਕੋਲੋਂ ਕੀ ਆ, ਇੱਥੇ ਇੱਕ ਸੌਫਟ ਆਇਰਨ ਕੋਰ ਆ, ਇੱਕ ਸਿਲੰਡਰੀਕਲ ਸ਼ੇਪ ਦੇ ਵਿੱਚ ਲੋਹੇ ਦਾ ਟੁਕੜਾ ਵਾ, ਤੇ ਮੈਂ ਕੀ ਕਰਦਾ ਵਾਂ, ਮੈਂ ਇਹਦੇ ਉੱਪਰ ਸੋਲੇਨੋਇਡ ਨੂੰ ਵਲੇਟ ਦਿੰਦਾ। ਇਸ ਤਰੀਕੇ ਨਾਲ ਸੋਲੇਨੋਇਡ ਨੂੰ ਮੈਂ ਇਹਦੇ ਉੱਪਰ ਕੀ ਕਰਤਾ, ਵਲੇਟ ਦਿੱਤਾ। ਹੁਣ ਮੈਂ ਪੜ੍ਹ ਚੁੱਕਾ ਵਾਂ ਕਿ ਸੋਲੇਨੋਇਡ ਦੇ ਕੋਲੋਂ ਕਿੰਨੀ ਯੋਗਤਾ ਵਾ ਮੈਗਨੈਟਿਕ ਫੀਲਡ ਬਣਾਉਣ ਦੀ। ਮੈਂ ਪੜ੍ਹ ਚੁੱਕਾ ਵਾਂ ਕਿ ਸੋਲੇਨੋਇਡ ਕੋਲੋਂ ਯੋਗਤਾ ਵਾ H = Ni ਦੀ, ਪਰ ਸੋਲੇਨੋਇਡ ਨੇ ਮੈਗਨੈਟਿਕ ਫੀਲਡ ਬਣਾਉਣਾ ਕਿੰਨਾ ਵਾ ਮੀਡੀਅਮ ਦੇ ਵਿੱਚ, ਉਹ ਬਣਾਉਣਾ ਵਾ B = μ0 Ni। B0 ਇੱਥੇ ਲਗਾ ਦਿੰਦਾ ਮੈਂ। B0 ਮਤਲਬ ਜਿੰਨਾ ਮੈਗਨੈਟਿਕ ਫੀਲਡ ਬਾਹਰ ਆਉਣਾ ਵਾ ਮੀਡੀਅਮ ਦੇ ਵਿੱਚ, μ0 Ni। ਤੇ ਮੈਂ ਇਹਨੂੰ ਇਦਾਂ ਵੀ ਲਿਖ ਸਕਦਾ, ਦੇਖੋ ਇਹਨਾਂ ਦੋਨਾਂ ਇਕੁਏਸ਼ਨਸ ਤੋਂ ਮੈਂ ਇਦਾਂ ਲਿਖ ਦਿੰਦਾ ਵਾ B0 = μ0 H। ਸੋ ਮੈਂ ਇਹ ਚੀਜ਼ ਇੱਥੇ ਵੀ ਲਿਖ ਦਿੰਦਾ ਵਾਂ HNI ਆ। ਇਹਦਾ ਮਤਲਬ ਬੇਸ਼ੱਕ ਤੁਸੀਂ ਇਹਦੇ ਨਾਲ ਜੋੜ ਲਓ ਚਾਹੇ ਇਹਦੇ ਨਾਲ ਜੋੜ ਲਓ, ਇੱਕੋ ਹੀ ਗੱਲ ਆ। ਇੱਥੇ ਆਪਾਂ ਟਰਨਸ ਦੀ ਗਿਣਤੀ ਵਧਾ ਲਈ ਆ, ਤੇ ਜੇ ਟਰਨਸ ਦੀ ਗਿਣਤੀ ਵਧਾ ਲਈ ਆ ਤੇ ਫਿਰ N ਆ ਜਾਣਾ। ਤੇ ਇੱਥੇ ਵੀ ਆਪਾਂ ਮੰਨ ਹੀ ਲਿਆ ਸੀ ਕਿ ਜੇਕਰ ਟਰਨਸ ਵੱਧ ਜਾਣ ਤੇ ਇਹੀ ਕੇਸ ਬਣਨਾ ਵਾ। ਇਹਦਾ ਮਤਲਬ ਸਾਡੇ ਕੋਲੋਂ ਜਿਹੜੀ ਇਕੁਏਸ਼ਨ ਆਉਣੀ ਆ ਉਹ ਕਿਹੜੀ ਆਉਣੀ ਆ, B ਡਾਇਰੈਕਟਲੀ ਪ੍ਰੋਪੋਰਸ਼ਨਲ ਟੂ Ni। ਤੇ ਇੱਥੋਂ ਬਣਿਆ ਸਾਡੇ ਕੋਲੋਂ B0 = ਇਹਨੂੰ B0 ਲੈ ਲਓ, μ0 Ni ਮਤਲਬ μ0 H। B0 ਕੀ ਆ, B0 is magnetic field in space, ਵੈਕਿਊਮ ਆ ਵੈਸੇ μ0 ਅਸੀਂ ਵੈਕਿਊਮ ਲਈ ਵਰਤਦੇ ਹਾਂ, ਸਪੇਸ ਜਾਂ ਵੈਕਿਊਮ, ਮੈਗਨੈਟਿਕ ਫੀਲਡ ਇਨ ਸਪੇਸ ਜਾਂ ਵੈਕਿਊਮ ਬਾਏ ਸੋਲੇਨੋਇਡ ਜਾਂ ਬਾਏ N ਟਰਨਸ ਵੀ ਆਪਾਂ ਲਿਖ ਸਕਦੇ ਹਾਂ। ਸਾਡੇ ਕੋਲ ਇਹ ਰਿਜ਼ਲਟ ਆ ਗਿਆ। ਤੇ ਹੁਣ ਜੇਕਰ ਮੈਂ ਇਸ ਸੋਲੇਨੋਇਡ ਦੇ ਅੰਦਰ ਇੱਕ ਸੌਫਟ ਆਇਰਨ ਕੋਰ ਰੱਖਦਾ, ਮਤਲਬ ਇੱਕ ਲੋਹੇ ਦੀ ਸਿਲੰਡਰੀਕਲ ਸ਼ੇਪ ਦਾ ਇੱਕ ਟੁਕੜਾ ਰੱਖਦਾ, ਤੇ ਮੈਨੂੰ ਪਤਾ ਵਾ ਲੋਹਾ ਕਿਸ ਕੈਟਾਗਰੀ 'ਚ ਆਉਂਦਾ ਵਾ, ਫੈਰੋ ਮੈਗਨੈਟਿਕ ਮਟੀਰੀਅਲ ਆ। ਫੈਰੋ ਮੈਗਨੈਟਿਕ ਮਟੀਰੀਅਲ ਕੀ ਕਰਦੇ ਆ, ਇਹ ਮੈਗਨੇਟਿਜ਼ਮ ਦੇ ਵਿੱਚ ਬਹੁਤ ਪ੍ਰਭਾਵਿਤ ਹੁੰਦੇ ਆ। ਮਤਲਬ ਜੇਕਰ ਇਹਨਾਂ ਨੂੰ ਕਿਸੇ ਮੈਗਨੈਟਿਕ ਫੀਲਡ ਦੇ ਵਿੱਚ ਰੱਖਿਆ ਜਾਵੇ ਨਾ, ਇਹ ਪ੍ਰਭਾਵਿਤ ਹੋ ਜਾਂਦੇ ਆ ਤੇ ਆਪਣੇ ਵਿੱਚ ਵੀ ਕੀ ਆ, ਚੁੰਬਕੀ ਗੁਣ ਪੇਸ਼ ਕਰਦੇ ਆ, ਮੈਗਨੈਟਿਕ ਕਰੈਕਟਰ ਡਿਵੈਲਪ ਕਰ ਲੈਂਦੇ ਆ ਆਪਣੇ ਅੰਦਰ ਵੀ। ਹੁਣ ਜਦੋਂ ਮੈਂ ਇੱਕ ਸੌਫਟ ਆਇਰਨ ਕੋਰ ਜਿਹੜੀ ਆ ਇਸ ਸੋਲੇਨੋਇਡ ਦੇ ਅੰਦਰ ਰੱਖਤੀ, ਤੇ ਇਸ ਸੌਫਟ ਆਇਰਨ ਕੋਰ ਦੇ ਵਿੱਚ ਕੀ ਆ, ਮਤਲਬ ਲੋਹੇ ਦਾ ਇੱਕ ਟੁਕੜਾ ਵਾ ਨਾ, ਤੇ ਇਹਦੇ ਵਿੱਚ ਕੀ ਆ, ਬਹੁਤ ਸਾਰੇ ਐਟਮ ਆ। ਤੇ ਇਹ ਐਟਮ ਜਿਹੜੇ ਆ ਉਹਨਾਂ ਕੋਲੋਂ ਆਪਣੇ ਆਪਣੇ ਇਲੈਕਟ੍ਰੋਨਸ ਆ, ਤੇ ਉਹਨਾਂ ਇਲੈਕਟ੍ਰੋਨਸ ਦੀ ਆਪਣੀ ਆਪਣੀ ਕੀ ਆ, ਇੱਕ ਮੈਗਨੈਟਿਕ ਮੂਵਮੈਂਟ ਆ। ਅਸੀਂ ਲਾਸਟ ਆਰਟੀਕਲ ਦੇ ਵਿੱਚ ਪੜ੍ਹਿਆ ਵਾ ਮੈਗਨੈਟਿਕ ਮੂਵਮੈਂਟ ਆਫ ਰੋਟੇਸ਼ਨ ਆਫ ਇਲੈਕਟ੍ਰੋਨ, ਮਤਲਬ ਇਲੈਕਟ੍ਰੋਨ ਦੀ ਮੂਵਮੈਂਟ ਕਰਕੇ, ਉਹਦੇ ਘੁੰਮਣ ਕਰਕੇ ਜਿਹੜੀ ਮੈਗਨੈਟਿਕ ਮੂਵਮੈਂਟ ਪੈਦਾ ਹੁੰਦੀ ਆ। ਸੋ ਉਸ ਆਰਟੀਕਲ ਤੋਂ ਵੀ ਸਾਨੂੰ ਪਤਾ ਲੱਗ ਗਿਆ ਕਿ ਇਹਦੇ ਅੰਦਰ ਜਿਹੜੇ ਹਜ਼ਾਰਾਂ ਹੀ ਇਲੈਕਟ੍ਰੋਨ ਆ ਨਾ, ਉਹ ਆਪਣੀ ਕੋਈ ਨਾ ਕੋਈ ਮੈਗਨੈਟਿਕ ਮੂਵਮੈਂਟ ਬਣਾਉਂਦੇ ਆ। ਹੁਣ ਮੈਗਨੈਟਿਕ ਮੂਵਮੈਂਟ ਵਾ ਇੱਕ ਵੈਕਟਰ ਕੁਆਂਟੀਟੀ, ਹੋ ਸਕਦਾ ਕਈਆਂ ਦੀ ਮੈਗਨੈਟਿਕ ਮੂਵਮੈਂਟ ਕਿਸੇ ਦੂਸਰਿਆਂ ਦੇ ਨਾਲ ਕੈਂਸਲ ਆਊਟ ਹੋ ਰਹੀ ਹੋਵੇ ਤੇ ਓਵਰਆਲ ਮੈਗਨੈਟਿਕ ਮੂਵਮੈਂਟ 0 ਸ਼ੋ ਹੋ ਜਾਏ, ਤੇ ਜਾਂ ਇਦਾਂ ਕਹੀਏ ਕਿ ਇਹਦੇ ਵਿੱਚ ਹੋ ਸਕਦਾ ਵਾ ਕਿ ਓਵਰਆਲ ਮੈਗਨੈਟਿਕ ਮੂਵਮੈਂਟ ਜਿਹੜੀ ਆ ਉਹ ਸਾਨੂੰ ਸ਼ੋ ਹੋ ਜੇ, ਮਤਲਬ ਉਹਦੀ ਕੋਈ ਵੈਲਿਊ ਸ਼ੋ ਹੋ ਜੇ। ਮੇਰੇ ਕਹਿਣ ਦਾ ਮਤਲਬ ਆ ਕਿ ਮੈਗਨੈਟਿਕ ਮੂਵਮੈਂਟ ਸਾਰੇ ਇਲੈਕਟ੍ਰੋਨਸ ਦੀ ਹੋਣੀ ਆ, ਕਿਉਂਕਿ ਇਹਦੇ ਅੰਦਰ ਬਹੁਤ ਸਾਰੇ ਇਲੈਕਟ੍ਰੋਨ ਆ। ਤੇ ਅਸੀਂ ਪੜ੍ਹਿਆ ਵਾ ਕਿ ਮੈਗਨੈਟਿਕ ਮੂਵਮੈਂਟ ਇੱਕ ਵੈਕਟਰ ਕੁਆਂਟੀਟੀ ਆ, ਤੇ ਜੇ ਮੈਗਨੈਟਿਕ ਮੂਵਮੈਂਟ ਇੱਕ ਵੈਕਟਰ ਕੁਆਂਟੀਟੀ ਆ ਨਾ, ਤੇ ਹੋ ਸਕਦਾ ਇਹਦੇ ਵਿੱਚ ਜਿਹੜੇ ਇਲੈਕਟ੍ਰੋਨ ਵਾ ਨਾ, ਉਹਨਾਂ ਦੇ ਵਿੱਚ ਕੀ ਹੁੰਦਾ ਹੋਵੇ ਕਿ ਇੱਕ ਦੀ ਮੈਗਨੈਟਿਕ ਮੂਵਮੈਂਟ ਇੱਧਰ ਵਾ, ਇੱਕ ਦੀ ਇੱਧਰ ਵਾ, ਕੈਂਸਲ ਆਊਟ ਹੋ ਜੇ, ਇੱਕ ਦੀ ਇਸ ਡਾਇਰੈਕਸ਼ਨ 'ਚ ਆ, ਇੱਕ ਦੀ ਇਸ ਡਾਇਰੈਕਸ਼ਨ 'ਚ ਆ, ਕੈਂਸਲ ਆਊਟ ਹੋ ਜੇ। ਆਪਾਂ ਦੋ ਸੰਭਾਵਨਾਵਾਂ ਲੈ ਕੇ ਚੱਲ ਸਕਦੇ ਹਾਂ, ਜਾਂ ਤਾਂ ਆਪਾਂ ਕਹਿੰਦੇ ਆ ਕਿ ਓਵਰਆਲ ਹੋ ਸਕਦਾ ਇਹਦੀ ਮੈਗਨੈਟਿਕ ਮੂਵਮੈਂਟ 0 ਹੋ ਜੇ, ਪਰ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਹੋ ਸਕਦਾ ਵਾ ਕਿ ਮੈਗਨੈਟਿਕ ਮੂਵਮੈਂਟ ਨਾਨ ਜ਼ੀਰੋ ਰਵੇ, ਕਿਉਂਕਿ ਆਪਾਂ ਸਾਰੇ ਹੁਣ ਐਟਮ ਦੀ ਗੱਲ ਕਰਨੀ ਆ, ਸਾਰੇ ਮਟੀਰੀਅਲ ਦੀ ਗੱਲ ਕਰਨੀ ਆ।
ਤੇ ਸੰਭਾਵਨਾ ਕੀ ਆ, ਜ਼ਿਆਦਾ ਸੰਭਾਵਨਾ ਇਹ ਆ ਕਿ ਇਹਦੀ ਮੈਗਨੈਟਿਕ ਮੂਵਮੈਂਟ ਜਿਹੜੀ ਆ ਉਹ ਨਾਨ ਜ਼ੀਰੋ ਹੋਏਗੀ। ਵੱਖਰੇ ਵੱਖਰੇ ਇਲੈਕਟ੍ਰੋਨਸ ਜਿਹੜੇ ਆ, ਵੱਖਰੇ ਵੱਖਰੇ ਇਲੈਕਟ੍ਰੋਨਸ ਦੀ ਮੈਗਨੈਟਿਕ ਮੂਵਮੈਂਟ ਨੂੰ ਬੇਸ਼ੱਕ ਕੈਂਸਲ ਆਊਟ ਕਰਦੇ ਹੋਣ, ਪਰ ਫਿਰ ਵੀ ਕੁਝ ਨਾ ਕੁਝ ਮੈਗਨੈਟਿਕ ਮੂਵਮੈਂਟ ਜਿਹੜੀ ਆ ਉਹ ਐਟਮ ਦੇ ਉੱਪਰ ਸਾਨੂੰ ਡਿਵੈਲਪ ਹੁੰਦੀ ਨਜ਼ਰ ਆਏਗੀ। ਤੇ ਉਹ ਜਿਹੜੀ ਮੈਗਨੈਟਿਕ ਮੂਵਮੈਂਟ ਆ ਨਾ, ਮੈਂ ਉਹਨੂੰ ਕਹਿ ਦਿੰਦਾ ਵਾਂ ਕਿ ਮੈਗਨੈਟਿਕ ਮੂਵਮੈਂਟ of material is m। मैं छोटा m पाया तो मैं ਇਹਦਾ वॉल्यूम ले लेना कि मान लो इस सिलेंडर ਦਾ मतलब इस कोर ਦਾ वॉल्यूम कितना वा v आ, जो भी अंदर मैं रखा होया वा। ਉੱਪਰ मैं गल कीती सी सिर्फ ਜਦੋਂ कोई ਫੈਰੋਮੈਗਨੈਟਿਕ कोर नहीं रखी। ਹੁਣ मैं गल करदा ਪਿਆ ਵਾਂ ਜਿਹੜੀ ਵਿੱਚ कोर रखी हुई आ, मतलब किसी मटीरियल ਦੀ ਗੱਲ करदा ਪਿਆ मैं, मटीरियल ਦੀ। ਤੇ मटीरियल ਦੇ ਉੱਪਰ ਆਪਾਂ ਕਿਹਾ ਕਿ ਮੰਨ ਲਓ ਮੈਗਨੈਟਿਕ ਮੂਵਮੈਂਟ ਆ ਗਈ m ਤੇ ਉਹਦਾ ਵੋਲੀਅਮ ਹੈਗਾ ਵਾ v, ਤੇ ਇਹਦਾ ਮਤਲਬ ਮੈਗਨੈਟਿਕ ਮੂਵਮੈਂਟ ਪਰ ਯੂਨਿਟ ਵੋਲੀਅਮ ਕਿੰਨੀ ਆਈ, हर एक यूनिट वॉल्यूम ਦੇ ਵਿੱਚ मैगनैटिक मूवमेंट कितनी आनी आ, स्मॉल m/v। ਤੇ ਇਹ ਜਿਹੜੀ सॉफ्ट आयरन कोर ਜਦੋਂ ਅਸੀਂ ਇਹਦੇ ਵਿੱਚ ਰੱਖੀ ਆ ਨਾ, ਇਹਦੇ ਵਿੱਚ मैगनैटिक मूवमेंट ਆ ਗਈ ਉੱਪਰ, मतलब ਇਹਦੇ ਚ मैगनैटिक ਕਰੈਕਟਰ ਆ ਗਿਆ। ਤੇ ਉਹ मैगनैटिक ਕਰੈਕਟਰ ਜਿਹੜਾ ਵਾ ਪਰ ਯੂਨਿਟ ਵੋਲੀਅਮ ਕਿੰਨਾ ਵਾ, ਉਹਨੂੰ ਅਸੀਂ ਕਿਹਦੇ ਨਾਲ ਲਿਖਦੇ ਆ, ਵੱਡੇ m ਨਾਲ ਲਿਖਦੇ ਆ। ਇਹ ਸਾਡਾ ਵੱਡਾ m ਕੀ ਆ, ਦਿਸ ਇਜ਼ ਦਾ मैगनैटिक मूवमेंट पर यूनिट वॉल्यूम। ਤੇ ਇਹਨੂੰ ਅਸੀਂ ਮੈਗਨੇਟਾਈਜੇਸ਼ਨ ਵੀ ਬੋਲਦੇ ਆ ਤੇ ਮੈਗਨੈਟਿਕ ਡੈਂਸਿਟੀ ਵੀ ਬੋਲਦੇ ਆ। ਇਹਨੂੰ ਅਸੀਂ ਮੈਗਨੇਟਾਈਜੇਸ਼ਨ ਬੋਲ ਦਿੰਦੇ ਆ, ਮੈਗਨੇਟਾਈਜੇਸ਼ਨ, ਤੇ ਜਾਂ ਅਸੀਂ ਇਹਨੂੰ ਬੋਲ ਦਿੰਦੇ ਆ ਮੈਗਨੈਟਿਕ ਡੈਂਸਿਟੀ। ਹੁਣ ਦੇਖੋ ਇੱਕ ਵਾਰੀ ਮੈਂ ਰਿਪੀਟ ਕਰਦਾ ਵਾਂ, ਪਹਿਲਾਂ ਕੀ ਸੀ ਨੰਬਰ 1 ਤੇ, ਨੰਬਰ 1 ਤੇ ਇਹਨੂੰ ਕਰੰਟ ਦਿੱਤਾ ਤੇ ਇਹਨੇ ਮੈਗਨੈਟਿਕ ਫੀਲਡ ਬਣਾਇਆ। ਕਿੰਨਾ ਮੈਗਨੈਟਿਕ ਫੀਲਡ ਬਣਾਉਣਾ ਵਾ, H, ਕਿਤੇ ਡਿਪੈਂਡ ਕਰਨਾ ਵਾ Ni ਦੇ। ਹੁਣ ਉਹ ਮੈਗਨੈਟਿਕ ਫੀਲਡ ਜਿਉਂ ਹੀ ਸਪੇਸ ਦੇ ਵਿੱਚ ਆਇਆ ਤੇ ਉਹ ਕੀ ਬਣ ਗਿਆ, B0 ਬਣ ਗਿਆ, ਤੇ ਉਹ ਕੀ ਆ, ਇਹਦੇ ਅੱਗੇ H ਲੱਗ ਗਿਆ। ਮਤਲਬ ਜਿਹੜਾ H ਉਹਨੇ ਅੰਦਰੋਂ ਪੈਦਾ ਕੀਤਾ ਸੀ ਉਹਨੂੰ μ0 ਘਟਾਤਾ, ਤੇ ਇਹ ਕੀ ਆ, ਇਹ ਮੈਗਨੈਟਿਕ ਫੀਲਡ ਜਿਹੜਾ ਬਾਹਰ ਆਇਆ। ਇਹ ਕੀ ਸੀ, ਮੈਗਨੈਟਿਕ ਫੀਲਡ ਜਿੰਨਾ ਬਣਨਾ ਸੀ ਜਾਂ ਬਣਨਾ ਸੀ, ਪਰ ਇਹ ਬਣਿਆ ਨਹੀਂ। ਹੁਣ ਆਪਾਂ ਤੀਸਰੇ ਸਟੈਪ ਤੇ ਕੀ ਕੀਤਾ ਕਿ ਇਹਦੇ ਵਿੱਚ मतलब ਇੱਕ ਸੌਫਟ ਆਇਰਨ ਕੋਰ ਪਾਤੀ। ਜਦੋਂ ਸੌਫਟ ਆਇਰਨ ਕੋਰ ਪਾਤੀ ਨਾ, ਲੋਹੇ ਦਾ ਮਟੀਰੀਅਲ ਪਾਤਾ, ਤੇ ਉਸ ਲੋਹੇ ਦੇ ਵਿੱਚ ਵੀ ਕੀ ਆ, ਮੈਗਨੈਟਿਕ ਕਰੈਕਟਰ ਆ ਗਿਆ। ਤੇ ਉਹ ਲੋਹੇ ਦੇ ਵਿੱਚ ਜਿਹੜਾ ਮੈਗਨੈਟਿਕ ਕਰੈਕਟਰ ਆ ਗਿਆ ਵਾ, ਉਹ ਆਪਾਂ ਕਿਵੇਂ ਮਾਪਿਆ ਵਾ, ਆਪਾਂ ਕਿਹਾ ਕਿ ਮੈਗਨੈਟਿਕ ਮੂਵਮੈਂਟ ਆ ਗਈ ਸਾਰੇ ਲੋਹੇ ਦੇ ਉੱਪਰ m, ਤੇ ਵੋਲੀਅਮ ਕਿੰਨਾ ਆ ਗਿਆ ਉਹਦਾ v। ਮੈਗਨੈਟਿਕ ਮੂਵਮੈਂਟ ਪਰ ਯੂਨਿਟ ਵੋਲੀਅਮ ਕਿੰਨੀ ਆ, ਵੱਡਾ m। ਵੱਡਾ m ਨੂੰ ਅਸੀਂ ਕੀ ਕਹਿੰਦੇ ਆ, ਮੈਗਨੇਟਾਈਜੇਸ਼ਨ ਵੀ ਕਹਿੰਦੇ ਆ ਤੇ ਮੈਗਨੈਟਿਕ ਡੈਂਸਿਟੀ ਵੀ ਕਹਿੰਦੇ ਆ। ਇਹ ਕਿਹਦੇ ਕਰਕੇ ਆਈ, ਇਹ ਤਾਂ ਆਈ ਕਿਉਂਕਿ ਆਪਾਂ ਉਸ ਸੋਲੇਨੋਇਡ ਦੇ ਅੰਦਰ ਇੱਕ ਕੀ ਰੱਖਦਾ ਵਾ, ਇੱਕ ਸੌਫਟ ਆਇਰਨ ਕੋਰ ਨੂੰ ਰੱਖਤਾ ਵਾ। ਹੁਣ ਨੈਟ ਮੈਗਨੈਟਿਕ ਫੀਲਡ ਕਿੰਨਾ ਵਾ, ਹੁਣ ਦੋ ਚੀਜ਼ਾਂ ਹੋ ਗਈਆਂ ਨਾ, ਇੱਕ ਇਸ ਕੋਰ ਨੇ ਵੀ ਮੈਗਨੈਟਿਕ ਫੀਲਡ ਪੈਦਾ ਕੀਤਾ ਤੇ ਇੱਕ ਸੋਲੇਨੋਇਡ ਵੀ ਬਣਾਉਂਦੀ ਪਈ ਆ। ਕੋਰ ਨੇ ਕਿੰਨਾ ਕੀਤਾ, ਜਿਹੜਾ ਕੋਰ ਸੌਫਟ ਆਇਰਨ ਕੋਰ ਵਾ ਉਹ ਬਣਾ ਰਹੀ ਆ ਮੈਗਨੇਟਾਈਜੇਸ਼ਨ, ਜਾਂ ਉਹਦੇ ਅੰਦਰ ਮੈਗਨੈਟਿਕ ਡੈਂਸਿਟੀ ਹੈਗੀ ਆ m। ਮਤਲਬ ਕੋਰ ਵਿੱਚ ਮੈਗਨੈਟਿਕ ਡੈਂਸਿਟੀ ਕਿੰਨੀ ਆ, m। ਹੁਣ ਇਸ ਜਗ੍ਹਾ ਤੇ ਕਿੰਨੇ ਮੈਗਨੈਟਿਕ ਫੀਲਡ ਹੋ ਗਏ, 2 ਹੋ ਗਏ। ਇੱਕ ਸੋਲੇਨੋਇਡ ਨੇ ਬਣਾਇਆ, ਇੱਕ ਸੋਲੇਨੋਇਡ ਦੇ ਸੰਪਰਕ ਵਿੱਚ ਆਉਣ ਤੇ ਜਿਹੜਾ ਸੌਫਟ ਆਇਰਨ ਕੋਰ ਨੇ ਬਣਾਇਆ। ਇਹਦਾ ਮਤਲਬ ਟੋਟਲ ਮੈਗਨੈਟਿਕ ਫੀਲਡ ਕਿੰਨਾ ਹੋ ਗਿਆ, ਟੋਟਲ ਅਸੀਂ ਲਿਖਦੇ ਆ B, ਟੋਟਲ B, ਤੇ ਕਿੰਨਾ B0 ਪਲੱਸ B ਇਸ ਮਟੀਰੀਅਲ ਦਾ ਲਿਖ ਦਿੰਦੇ ਆ ਜਿੰਨਾ ਇਸ ਮਟੀਰੀਅਲ ਨੇ ਬਣਾਉਣਾ ਵਾ। ਤੇ ਸਾਨੂੰ ਪਤਾ ਲੱਗ ਗਿਆ ਕਿ B0 ਦੀ ਵੈਲਿਊ ਕੀ ਆ, B0 ਦੀ ਵੈਲਿਊ ਹੈਗੀ ਆ μ0 Ni ਲਿਖ ਲਓ ਚਾਹੇ H ਲਿਖ ਲਓ, ਤੇ BM ਮਤਲਬ ਇਹਦੀ ਮੈਗਨੈਟਿਕ ਡੈਂਸਿਟੀ ਕਿੰਨੀ ਆ, m ਵਾ, ਤੇ ਬਾਹਰ ਕਿੰਨਾ ਆਉਣਾ ਵਾ, μ0 m, ਮਤਲਬ ਬਾਹਰ ਕੀ ਲੱਗ ਜਾਣਾ ਵਾ, μ0 m। ਹੁਣ ਦੇਖੋ ਮੇਰੇ ਕੋਲੋਂ ਇਹ ਰਿਲੇਸ਼ਨ ਆਇਆ ਵਾ,
ਇਹ ਰਿਲੇਸ਼ਨ ਕੀ ਆ, ਮੈਂ ਚੋਂ ਮਿਊ ਨੋਟ ਬਾਹਰ ਕੱਢਦਾ ਤੇ ਮੇਰੇ ਕੋਲ ਕੀ ਬਣਦਾ ਵਾ, ਟੋਟਲ ਮੈਗਨੈਟਿਕ ਫੀਲਡ B ਮਿਊ ਨੋਟ NI ਨੂੰ ਮੈਂ ਲਿਖ ਦਿੰਦਾ H ਪਲੱਸ M। ਮੇਰੇ ਕੋਲੋਂ ਇਹ ਰਿਲੇਸ਼ਨ ਆਇਆ। ਇਹ ਰਿਲੇਸ਼ਨ ਕਿੱਦਾਂ ਆਇਆ ਵਾ, ਜਦੋਂ ਅਸੀਂ ਇੱਕ ਸੋਲੇਨੋਇਡ ਦੇ ਅੰਦਰ ਇੱਕ ਮੈਗਨੈਟਿਕ ਫੈਰੋਮੈਗਨੈਟਿਕ ਕੋਰ ਰੱਖਤੀ ਆ ਤੇ ਸਾਡੇ ਕੋਲੋਂ ਇਹ ਰਿਲੇਸ਼ਨ ਆਇਆ ਵਾ। ਮੈਂ ਇਸ ਤੋਂ ਬਾਅਦ ਵਿੱਚ ਸਮਝਾਉਣਾ, ਇੱਕ ਵਾਰੀ ਇਹਨੂੰ ਨੋਟ ਕਰ ਲਿਆ ਜਾਵੇ, ਮੈਨੂੰ ਕੁਛ ਇੱਥੋਂ ਮਿਟਾਉਣਾ ਪੈਣਾ ਵਾ, ਮੈਂ ਤਾਂ ਕਰਕੇ ਤੁਸੀਂ ਇਹਨੂੰ ਕੀ ਕਰੋ, ਨੋਟ ਕਰ ਲਓ। ਸੋ ਸਾਡੇ ਕੋਲੋਂ ਇਕੁਏਸ਼ਨਸ ਕੀ ਆਈਆਂ ਵਾ, ਸਾਡੇ ਕੋਲੋਂ ਇਕੁਏਸ਼ਨਸ ਓਵਰਆਲ ਇਹ ਆਈ ਆ। ਤੇ ਇਹ ਵਾਲੀ ਇਕੁਏਸ਼ਨ ਕਦੋਂ ਆਈ ਆ, ਜਦੋਂ ਅਸੀਂ ਕਿਸੇ ਫੈਰੋਮੈਗਨੈਟਿਕ ਮਟੀਰੀਅਲ ਨੂੰ ਕਿਸੇ ਸੋਲੇਨੋਇਡ ਦੇ ਅੰਦਰ ਰੱਖ ਦਿੱਤਾ ਵਾ ਤੇ ਟੋਟਲ ਮੈਗਨੈਟਿਕ ਫੀਲਡ ਜਿਹੜਾ ਆਪਣਾ ਵਾ ਉਹ B ਦੇ ਨਾਲ ਆਉਣਾ ਵਾ। ਮੈਂ ਬਾਰ-ਬਾਰ ਇਹਦੇ ਵਿੱਚ ਇੱਕ ਗੱਲ ਕਹਿ ਰਿਹਾ ਵਾਂ ਕਿ ਜਿਹੜਾ H ਵਾ ਨਾ, ਇੰਟੈਂਸਿਟੀ ਆਫ ਮੈਗਨੈਟਿਕ ਫੀਲਡ, ਉਹ ਵੀ ਮੈਗਨੈਟਿਕ ਫੀਲਡ ਹੀ ਆ, ਪਰ ਉਹ ਕੀ ਆ, ਮੀਡੀਅਮ ਨੇ ਬਾਹਰ ਨਹੀਂ ਆਉਣ ਦਿੱਤਾ। ਹੁਣ ਬਾਅਦ ਵਿੱਚ ਇਸ ਮਟੀਰੀਅਲ ਦੇ ਅੰਦਰ ਮੈਗਨੈਟਿਕ ਮੂਵਮੈਂਟ ਪੈਦਾ ਹੋ ਗਈ ਤੇ ਆਪਾਂ ਪਰ ਯੂਨਿਟ ਮੈਗਨੈਟਿਕ ਮੂਵਮੈਂਟ ਕੱਢ ਲਈ ਤੇ ਉਹਨੂੰ ਕੀ ਨਾਮ ਦੇਤਾ, ਮੈਗਨੇਟਾਈਜੇਸ਼ਨ ਦਾ ਨਾਮ ਦੇਤਾ ਜਾਂ ਮੈਗਨੈਟਿਕ ਡੈਂਸਿਟੀ ਦਾ ਦੇਤਾ। ਹੁਣ ਆਪਾਂ ਇਸ ਤੋਂ ਬਾਅਦ ਵਿੱਚ ਗੱਲ ਕਰਦੇ ਹਾਂ ਮੈਗਨੈਟਿਕ ਸੁਸੈਪਟੀਬਿਲਿਟੀ ਦੀ। ਹੁਣ ਦੇਖੋ ਸੁਸੈਪਟੀਬਿਲਿਟੀ ਦਾ ਮਤਲਬ ਕੀ ਆ, ਪ੍ਰਭਾਵਿਤ ਹੋ ਜਾਣਾ, ਕਿਸੇ ਚੀਜ਼ ਤੋਂ ਵੀ ਪ੍ਰਭਾਵਿਤ ਹੋ ਜਾਣਾ। ਜਿਵੇਂ ਮੈਂ ਇਹ ਗੱਲ ਕਹਿੰਦਾ ਐਗਜ਼ਾਮਪਲ ਦੇ ਤੌਰ ਤੇ ਕਿ ਮੰਨ ਲਓ ਇਸ ਸੋਲੇਨੋਇਡ ਦੇ ਅੰਦਰ ਮੈਂ ਇੱਕ ਕੋਰ ਰੱਖੀ ਤੇ ਉਸ ਕੋਰ ਦਾ ਨਾਮ ਆ A ਤੇ ਮੈਂ ਨੋਟ ਕੀਤਾ ਕਿ ਉਹਦੇ ਜਿਹੜੇ 500 ਐਟਮ ਆ ਨਾ, ਉਹ ਕੀ ਆ, ਇਸ ਸੋਲੇਨੋਇਡ ਦੇ ਮੈਗਨੈਟਿਕ ਫੀਲਡ ਤੋਂ ਪ੍ਰਭਾਵਿਤ ਹੋ ਗਏ। ਤੇ ਦੂਸਰੀ ਵਾਰੀ ਮੈਂ ਕੀ ਕੀਤਾ, ਕੋਈ ਹੋਰ ਕੋਰ ਰੱਖੀ ਜਿਹਦਾ ਨਾਂ ਕੀ ਆ B ਆ, ਤੇ ਮੈਂ ਨੋਟ ਕੀਤਾ ਕਿ ਉਹਦੇ ਜਿਹੜੇ ਐਟਮ ਆ ਨਾ, ਉਹ ਸਿਰਫ 200 ਹੀ ਪ੍ਰਭਾਵਿਤ ਹੋਏ, ਕਿਹਦੇ ਨਾਲ, ਸੋਲੇਨੋਇਡ ਦੇ ਮੈਗਨੈਟਿਕ ਫੀਲਡ ਦੇ ਨਾਲ। ਹੁਣ ਮੈਂ ਇੱਥੇ ਕੀ ਕਹਿ ਸਕਦਾ ਵਾਂ, ਇੱਥੇ ਮੈਂ ਇਹ ਗੱਲ ਕਹਿ ਸਕਦਾ ਵਾਂ ਕਿ ਇਹ ਜਿਹੜੀ ਕੋਰ ਵਾ ਨਾ, ਮਤਲਬ A ਵਾਲੀ ਕੋਰ, ਉਹ ਕੀ ਆ, ਦੈਟ ਇਜ਼ ਦਾ ਮੋਰ ਸੁਸੈਪਟੀਬਲ ਇਨ ਦਾ ਮੈਗਨੈਟਿਕ ਫੀਲਡ ਆਫ ਸੋਲੇਨੋਇਡ। ਉਹ ਸੋਲੇਨੋਇਡ ਦੇ ਮੈਗਨੈਟਿਕ ਫੀਲਡ ਦੇ ਵਿੱਚ ਜ਼ਿਆਦਾ ਪ੍ਰਭਾਵਿਤ ਹੁੰਦੀ ਆ, ਜ਼ਿਆਦਾ ਪ੍ਰਭਾਵਿਤ ਹੁੰਦੀ ਆ, ਤਾਂ ਹੀ ਤੇ ਕਰਕੇ ਉਹਦੇ 500 ਐਟਮ ਜਿਹੜੇ ਆ ਉਹ ਪ੍ਰਭਾਵਿਤ ਹੋਏ ਆ। ਹੁਣ ਦੇਖੋ ਆਪਾਂ ਇਸ ਚੀਜ਼ ਨੂੰ ਇਕੁਏਸ਼ਨ ਦੇ ਰੂਪ ਵਿੱਚ ਲਿਖਣਾ ਵਾ ਤੇ ਆਪਾਂ ਇਕੁਏਸ਼ਨ ਕਿਵੇਂ ਬਣਾਵਾਂਗੇ, ਪ੍ਰਭਾਵਿਤ ਹੋ ਗਏ। ਹੁਣ ਇਹਦਾ ਮਤਲਬ ਕੀ ਆ, ਜਿਹੜੇ A ਦੇ ਪ੍ਰਭਾਵਿਤ ਹੋਏ ਆ ਨਾ, ਉਹ ਕਿਹਦੇ ਕਰਕੇ ਹੋਏ ਆ, ਉਹ ਸਾਨੂੰ ਪਤਾ ਵਾ ਕਿ ਸੋਲੇਨੋਇਡ ਦੇ ਮੈਗਨੈਟਿਕ ਫੀਲਡ ਦੇ ਕਰਕੇ ਹੋਏ ਆ। ਪਰ ਬੇਸਿਕਲੀ ਮੈਂ ਜੇਕਰ ਇਦਾਂ ਕਹਾਂ ਕਿ ਮੈਗਨੇਟਾਈਜੇਸ਼ਨ ਇਨ ਮਟੀਰੀਅਲ ਆਪਾਂ ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਆ, M ਦੇ ਨਾਲ ਕਰਦੇ ਆ, ਕਿਉਂਕਿ ਮੈਗਨੇਟਾਈਜੇਸ਼ਨ ਇਨ ਮਟੀਰੀਅਲ ਦਾ ਸਟੈਂਡਰਡ ਪੈਰਾਮੀਟਰ ਕੀ ਆ ਕਿ ਮੈਗਨੈਟਿਕ ਮੂਵਮੈਂਟ ਪਰ ਯੂਨਿਟ ਵੋਲੀਅਮ, ਇੱਕ ਯੂਨਿਟ ਵੋਲੀਅਮ ਦੇ ਵਿੱਚ ਜਿੰਨੀ ਆਉਂਦੀ ਆ, ਅਸੀਂ ਉਹਨੂੰ ਕਿਹਦੇ ਨਾਲ ਲਿਖਿਆ ਵਾ, ਮੈਗਨੈਟਿਕ ਡੈਂਸਿਟੀ ਜਾਂ ਮੈਗਨੇਟਾਈਜੇਸ਼ਨ M। ਹੁਣ ਦੇਖੋ ਇਸ ਕੋਰ ਦੇ ਵਿੱਚ ਜਿਹੜੀ ਮਰਜ਼ੀ ਰੱਖੀ ਆ, ਉਹਦੇ ਵਿੱਚ ਮੈਗਨੇਟਾਈਜੇਸ਼ਨ ਕਿਹਦੇ ਤੇ ਡਿਪੈਂਡ ਕਰਦੀ ਆ, ਸਾਨੂੰ ਪਤਾ ਵਾ ਕਰੰਟ ਤੇ ਕਰਦੀ ਆ। ਕਿਹੜਾ ਕਰੰਟ, ਜਿਹੜਾ ਇਸ ਸੋਲੇਨੋਇਡ ਦੇ ਵਿੱਚ ਫਲੋ ਕਰ ਰਿਹਾ ਵਾ। ਤੇ ਸਾਨੂੰ ਇਹ ਵੀ ਪਤਾ ਵਾ ਕਿ ਇਹ ਮੈਗਨੇਟਾਈਜੇਸ਼ਨ ਜਿਹੜੀ ਆ, ਜਿਹੜੀ ਮਤਲਬ ਉਸ ਕੋਰ ਦੇ ਅੰਦਰ ਡਿਵੈਲਪ ਹੋਈ ਆ, ਉਹ ਕਿਤੇ ਡਿਪੈਂਡ ਕਰਦੀ ਆ, H ਤੇ ਕਰਦੀ ਆ। H ਕੀ ਆ, ਸੋਲੇਨੋਇਡ ਨੇ ਜਿੰਨਾ ਮੈਗਨੈਟਿਕ ਫੀਲਡ ਬਾਹਰ ਕੱਢਣਾ ਸੀ, ਕਿਉਂਕਿ ਵੈਸੇ ਵੀ ਸਾਨੂੰ ਪਤਾ ਵਾ ਕਿ H ਤੇ I ਦਾ ਕੀ ਰਿਲੇਸ਼ਨ ਆ, H ਤੇ I ਦਾ ਰਿਲੇਸ਼ਨ ਆ, ਅਸੀਂ ਪੜਿਆ ਵਾ ਕਿ H ਇਜ਼ ਇਕੁਅਲ ਟੂ NI ਆ। ਸੋ ਅਸੀਂ ਕਹਿ ਸਕਦੇ ਹਾਂ H ਕੀ ਆ, ਸੋਲੇਨੋਇਡ ਨੇ ਜਿੰਨਾ ਮੈਗਨੈਟਿਕ ਫੀਲਡ ਬਾਹਰ ਕੱਢਣ ਦੀ ਯੋਜਨਾ ਬਣਾਈ ਸੀ, ਤੇ M ਕੀ ਆ, ਜਿੰਨਾ ਮੈਗਨੈਟਿਕ ਫੀਲਡ ਉਸ ਸੌਫਟ ਆਇਰਨ ਕੋਰ ਦੇ ਅੰਦਰ ਪਰ ਯੂਨਿਟ ਵੋਲੀਅਮ ਡਿਵੈਲਪ ਹੋਇਆ ਵਾ, ਉਹ ਇਹ ਚੀਜ਼ ਆ ਗਈ। ਹੁਣ ਅਸੀਂ ਕੀ ਕਰਦੇ ਹਾਂ, ਇੱਥੇ ਕੀ ਆ, ਪ੍ਰਪੋਰਸ਼ਨਲ ਦਾ ਸਾਈਨ। ਤੇ ਹੁਣ ਜੇਕਰ ਅਸੀਂ ਇਸ ਪ੍ਰਪੋਰਸ਼ਨਲ ਦੇ ਸਾਈਨ ਨੂੰ ਹਟਾਵਾਂਗੇ ਤੇ ਸਾਡੇ ਕੋਲੋਂ ਕੀ ਆਏਗਾ, ਕੋਈ ਕਨਸਟੈਂਟ ਆਏਗਾ। ਉਸ ਕਨਸਟੈਂਟ ਨੂੰ ਅਸੀਂ ਕੀ ਬੋਲਦੇ ਹਾਂ, ਸੁਸੈਪਟੀਬਿਲਿਟੀ ਕਨਸਟੈਂਟ ਬੋਲਦੇ ਹਾਂ। ਤੇ ਇਹ ਸੁਸੈਪਟੀਬਿਲਿਟੀ ਕਨਸਟੈਂਟ ਜਿਹੜਾ ਵਾ, ਇਹ ਕਿਹਦੇ ਬਰਾਬਰ ਆਏਗਾ, M/H। M ਕੀ ਆ, ਮੈਗਨੈਟਿਕ ਮੂਵਮੈਂਟ ਪਰ ਯੂਨਿਟ ਵੋਲੀਅਮ, ਕਿਹਦੇ ਅੰਦਰ, ਮਟੀਰੀਅਲ ਦੇ ਅੰਦਰ। ਤੇ H ਕੀ ਆ, ਮੈਗਨੈਟਿਕ ਫੀਲਡ ਜਿੰਨਾ ਉਸ ਸੋਲੇਨੋਇਡ ਨੇ ਬਣਾਉਣਾ ਸੀ, ਪਰ ਇਹ ਮੈਗਨੈਟਿਕ ਫੀਲਡ ਕੀ ਆ, ਬਾਹਰ ਨਹੀਂ ਆਇਆ। ਸੋ ਸਾਡੇ ਕੋਲੋਂ ਕੀ ਆ, ਸੁਸੈਪਟੀਬਿਲਿਟੀ ਕਨਸਟੈਂਟ ਜਿਹੜਾ ਵਾ M/H ਆ ਗਿਆ। ਹੁਣ ਦੇਖੋ ਸਾਡੇ ਕੋਲੋਂ ਇਹ ਇੱਕ ਇਕੁਏਸ਼ਨ ਆ, ਪਹਿਲਾਂ ਬਣ ਚੁੱਕੀ ਆ, ਤੇ ਮੈਂ ਇਸ ਇਕੁਏਸ਼ਨ ਤੋਂ ਕੀ ਲਿਖ ਸਕਦਾ, ਦੇਖੋ B ਇਜ਼ ਇਕੁਅਲ ਟੂ, ਮੈਂ ਜੇਕਰ ਇਹਦੇ ਵਿੱਚੋਂ H ਨੂੰ ਬਾਹਰ ਕੱਢ ਲਾਂ ਤੇ H ਨੂੰ ਬਾਹਰ ਕੱਢਾਂ ਤੇ ਮੇਰੇ ਕੋਲੋਂ ਕੀ ਆਏਗਾ, 1 + M/H। ਇਹ ਵਾਲੀ ਇਕੁਏਸ਼ਨ ਆਏਗੀ 1 + M/H। M/H ਕਿਹਦੇ ਬਰਾਬਰ ਆ, ਸੁਸੈਪਟੀਬਿਲਿਟੀ ਕਨਸਟੈਂਟ ਦੇ। ਤੇ ਇਹਦਾ ਮਤਲਬ B ਇਜ਼ ਇਕੁਅਲ ਟੂ μ0H 1 + ਇਹ ਰਿਲੇਸ਼ਨ ਆ ਗਿਆ ਸਾਡੇ ਕੋਲੋਂ।
ਤੇ ਅਸੀਂ ਇਹਨੂੰ ਕਿੱਦਾਂ ਲਿਖ ਸਕਦੇ ਹਾਂ? ਅਸੀਂ ਲਿਖ ਸਕਦੇ ਹਾਂ B ਇਜ਼ ਇਕੁਅਲ ਟੂ B0 1 ਪਲੱਸ susceptibility constant। ਮੈਂ ਇੱਥੇ ਕੀ ਕੀਤਾ, B0 ਇਜ਼ ਇਕੁਅਲ ਟੂ μ0 H ਲਿਖ ਲਿਆ ਵਾ। ਮੈਂ ਪਹਿਲਾਂ ਵੀ ਲਿਖਿਆ ਸੀ ਨਾ B0 ਇਜ਼ ਇਕੁਅਲ ਟੂ μ0 H। B0 ਕੀ ਆ? ਜਿੰਨਾ ਮੈਗਨੈਟਿਕ ਫੀਲਡ ਸੋਲੇਨੋਇਡ ਨੇ ਬਾਹਰ ਕੱਢਿਆ ਵਾ ਉਹ ਕਿਹਦੇ ਬਰਾਬਰ ਆ? μ0 H ਦੇ ਬਰਾਬਰ ਆ। ਤੇ ਮੈਂ μ0 H ਦੀ ਜਗ੍ਹਾ ਤੇ ਕੀ ਲਿਖ ਲਿਆ? B0 ਲਿਖ ਲਿਆ। ਤੇ ਅਸੀਂ ਇਹਦੇ ਵਿੱਚੋਂ ਵੈਲਿਊ ਕੱਢ ਲੈਂਦੇ ਆ B upon B0 ਇਜ਼ 1 ਪਲੱਸ susceptibility constant। B ਕੀ ਆ? ਮੈਗਨੈਟਿਕ ਫੀਲਡ ਵਿਦ ਕੋਰ। ਤੇ B0 ਕੀ ਆ? ਮੈਗਨੈਟਿਕ ਫੀਲਡ ਵਿਦਆਊਟ ਕੋਰ। ਦੋਨਾਂ ਦੀ ਰੇਸ਼ੋ ਕੱਢ ਲਈ। ਕੋਰ ਕਿਹੜੀ? ਜਿਹੜੀ ਇਸ ਮਟੀਰੀਅਲ ਦੇ ਅੰਦਰ ਰੱਖੀ, ਸੋਲੀਨੋਇਡ ਦੇ ਅੰਦਰ ਰੱਖੀ, B upon B0। ਤੇ ਸਾਨੂੰ ਜਨਰਲ ਪਤਾ ਵਾ ਕਿ B upon B0 ਨੂੰ ਅਸੀਂ ਕੀ ਲਿਖ ਸਕਦੇ ਹਾਂ? μr ਲਿਖ ਸਕਦੇ ਹਾਂ। ਤੇ ਆਪਾਂ ਹੁਣ ਇਹਨਾਂ ਸਾਰੀਆਂ ਇਕੁਏਸ਼ਨਸ ਤੋਂ ਸਾਡੇ ਕੋਲੋਂ ਇੱਕ ਇਕੁਏਸ਼ਨ ਆ ਆਈ ਆ, ਇੱਕ ਇਕੁਏਸ਼ਨ ਆ ਆਈ ਆ। ਇਹਨਾਂ ਦੋਨਾਂ ਤੋਂ ਆਪਾਂ ਇੱਕ ਇਕੁਏਸ਼ਨ ਬਣਾਉਣੀ ਹੋਵੇ ਤੇ ਸਾਡੇ ਕੋਲੋਂ ਕਿਹੜੀ ਇਕੁਏਸ਼ਨ ਬਣ ਰਹੀ ਆ? ਸਾਡੇ ਕੋਲੋਂ ਇਕੁਏਸ਼ਨ ਬਣ ਰਹੀ ਆ μr ਇਜ਼ ਇਕੁਅਲ ਟੂ 1 ਪਲੱਸ susceptibility constant। ਸੋ μ ਕੀ ਆ? ਰਿਲੇਟਿਵ ਪਰਮੇਬਿਲਿਟੀ। μ ਕਿਹਦਾ ਫੈਕਟਰ ਵਾ? ਮੀਡੀਅਮ ਦਾ ਫੈਕਟਰ ਵਾ। ਤੇ ਜੇ ਮੀਡੀਅਮ ਦਾ ਫੈਕਟਰ ਵਾ ਤੇ ਸਾਨੂੰ ਪਤਾ ਵਾ ਕਿ ਇਹ ਮੈਗਨੈਟਿਕ ਫੀਲਡ ਦੇ ਵਿੱਚ ਆਉਂਦਾ ਵਾ। ਇਹ ਰਿਲੇਟਿਵ ਪਰਮੇਬਿਲਿਟੀ ਆ। ਇਹ ਜਿਹੜੀ ਰਿਲੇਟਿਵ ਪਰਮੇਬਿਲਿਟੀ ਆ ਇਹ ਕਿਹਦੇ ਬਰਾਬਰ ਆ? ਇਹ 1 ਪਲੱਸ susceptibility constant ਦੇ ਬਰਾਬਰ ਆ। ਤੇ ਅਸੀਂ ਇੱਕ ਰਿਜ਼ਲਟ ਹੋਰ ਵੀ ਲਿਖ ਸਕਦੇ ਹਾਂ। ਸਾਨੂੰ ਪਤਾ ਵਾ μr ਕੀ ਆ? μ upon μ0। ਤੁਸੀਂ ਬੇਸ਼ੱਕ μr ਦੀ ਵੈਲਿਊ μ upon μ0 ਕਰਕੇ ਵੀ ਲਿਖ ਸਕਦੇ ਜੋ। ਸੋ ਸਾਡੇ ਕੋਲੋਂ ਕੀ ਆ? susceptibility constant ਵੀ ਆਇਆ ਤੇ ਅਸੀਂ ਟਰਮਸ ਰਿਲੇਟਡ ਵਿਦ ਮੈਗਨੈਟਿਕ ਫੀਲਡ ਵੀ ਸਮਝੀਆਂ। ਤੇ ਇੱਥੇ ਮੈਂ ਥੋੜਾ ਜਿਹਾ ਕੀ ਆ, ਸਾਡੇ ਕੋਲੋਂ ਥੋੜਾ ਕੰਪਲਿਕੇਟਡ ਹੋ ਗਿਆ। ਅਸੀਂ ਇਹਨੂੰ ਦੁਬਾਰਾ ਇੱਕ ਵਾਰੀ ਦੇਖ ਲੈਂਦੇ ਆ। ਅਸੀਂ ਇਹਦੇ ਵਿੱਚ ਕਹਿ ਰਹੇ ਹਾਂ ਕਿ ਜਦੋਂ ਇਹਦੇ ਅੰਦਰ ਕੋਰ ਰੱਖੀ ਆ ਤੇ ਇਹਦੇ ਅੰਦਰ ਕਿੰਨੀ ਮੈਗਨੈਟਿਕ ਮੂਵਮੈਂਟ ਡਿਵੈਲਪ ਹੋਣੀ ਆ ਉਹ ਕਰੰਟ ਤੇ ਡਿਪੈਂਡ ਕਰਦਾ। ਕਿਹੜੇ ਕਰੰਟ ਤੇ? ਜਿਹੜਾ ਬਾਹਰ ਸੋਲੀਨੋਇਡ ਦੇ ਅੰਦਰ ਆ। ਤੇ ਜੇਕਰ ਅਸੀਂ ਕਹਿੰਦੇ ਆ ਕਰੰਟ ਤੇ ਡਿਪੈਂਡ ਕਰਦਾ ਤੇ ਸਾਨੂੰ ਪਤਾ ਕਰੰਟ ਕਿਹਦੇ ਬਰਾਬਰ ਆ? H ਦੇ ਬਰਾਬਰ ਆ। ਇੰਟੈਂਸਿਟੀ ਆਫ ਮੈਗਨੈਟਿਕ ਫੀਲਡ ਵੀ ਆਪਾਂ ਲਿਖ ਸਕਦੇ ਆ। ਤੇ ਆਪਾਂ ਇੱਥੇ ਕਨਸਟੈਂਟ ਇੰਟਰੋਡਿਊਸ ਕੀਤਾ susceptibility constant। ਤੇ susceptibility ਮੈਂ ਪਹਿਲਾਂ ਹੀ ਦੱਸਿਆ ਕਿ ਇਹਦਾ ਮਤਲਬ ਕੀ ਹੋ ਗਿਆ? ਕਿ ਪ੍ਰਭਾਵਿਤ ਹੋਣਾ। ਸੋ susceptibility constant ਕੀ ਆ ਗਿਆ? M upon H ਆ ਗਿਆ। M ਕੀ ਹੋਇਆ ਗਿਆ? ਮੈਗਨੈਟਿਕ ਮੂਵਮੈਂਟ ਆਫ ਦਾ ਮਟੀਰੀਅਲ। ਇਸ ਮਟੀਰੀਅਲ ਜਿਹੜਾ ਅੰਦਰ ਰੱਖਿਆ ਉਹਦੀ ਮੈਗਨੈਟਿਕ ਮੂਵਮੈਂਟ। ਤੇ H ਕੀ ਹੋ ਗਿਆ? ਇੰਟੈਂਸਿਟੀ ਆਫ ਦਾ ਮੈਗਨੈਟਿਕ ਫੀਲਡ ਕਿ ਜਿੰਨਾ ਸੋਲੀਨੋਇਡ ਨੇ ਮੈਗਨੈਟਿਕ ਫੀਲਡ ਬਣਾਉਣਾ ਸੀ। ਤੇ ਅਸੀਂ ਕੀ ਕੀਤਾ? ਸਾਡੇ ਕੋਲੋਂ ਇਹ ਇਕੁਏਸ਼ਨ ਆ ਗਈ। ਸਾਡੇ ਕੋਲੋਂ ਜਿਹੜੀ ਪਹਿਲਾਂ ਇਕੁਏਸ਼ਨ ਬਣੀ ਹੋਈ ਸੀ ਅਸੀਂ ਉਹਦੇ ਵਿੱਚੋਂ H ਨੂੰ ਬਾਹਰ ਕੱਢ ਲਿਆ। ਜੇਕਰ H ਨੂੰ ਬਾਹਰ ਕੱਢਾਂਗੇ ਤੇ ਇੱਥੇ ਕੀ ਆ ਜਾਊਗਾ? ਅੰਦਰ M upon H ਆ ਜਾਏਗਾ। ਤੇ M upon H ਦੀ ਵੈਲਿਊ ਸਾਡੇ ਕੋਲੋਂ ਕੀ ਆ? susceptibility constant ਆ। ਅਸੀਂ susceptibility constant ਇੰਟਰੋਡਿਊਸ ਕਰ ਲਿਆ। ਹੁਣ ਸਾਨੂੰ ਪਤਾ ਸੀ ਕਿ μ0 H ਕਿਹਦੇ ਬਰਾਬਰ ਆ? μ0 H B0 ਦੇ ਬਰਾਬਰ ਆ। ਤੇ B0 ਕੀ ਆ? B0 ਮੈਗਨੈਟਿਕ ਫੀਲਡ ਇਨ ਦਾ ਸੋਲੀਨੋਇਡ ਵਿਦਆਊਟ ਕੋਰ। ਜਦੋਂ ਕੋਰ ਨਹੀਂ ਰੱਖੀ ਅਸੀਂ B0 ਲਗਾਤਾ। ਫਿਰ ਅਸੀਂ ਇਹ ਦੇਖਿਆ ਕਿ ਮੈਗਨੈਟਿਕ ਫੀਲਡ ਵਿਦ ਕੋਰ ਤੇ ਮੈਗਨੈਟਿਕ ਫੀਲਡ ਵਿਦਆਊਟ ਕੋਰ ਉਹਦੀ ਜਿਹੜੀ ਰੇਸ਼ੋ ਆ ਉਹ ਕਿਹਦੇ ਬਰਾਬਰ ਹੋਣੀ ਚਾਹੀਦੀ ਆ? ਬੇਸ਼ੱਕ ਤੁਸੀਂ ਸੋਲਵ ਕਰਕੇ ਦੇਖ ਲਿਓ। ਉਹਦੀ ਰੇਸ਼ੋ ਕਿਹਦੇ ਬਰਾਬਰ ਹੋਣੀ ਚਾਹੀਦੀ ਆ? μr ਦੇ ਬਰਾਬਰ ਹੋਣੀ ਚਾਹੀਦੀ ਆ। ਤੁਸੀਂ ਵੈਲਿਊ ਭਰ ਕੇ ਦੇਖ ਲੈਣਾ ਇਹ ਕਿਹਦੇ ਬਰਾਬਰ ਹੋਣਾ? μ upon μ0 r μr। ਸੋ ਅੱਜ ਦੀ ਕਲਾਸ ਦੇ ਵਿੱਚ ਅਸੀਂ ਮੈਗਨੇਟਿਜ਼ਮ ਦੇ ਨਾਲ ਰਿਲੇਟਡ ਟਰਮਸ ਦੇਖੀਆਂ ਤੇ ਅਸੀਂ ਮੈਗਨੇਟਿਜ਼ਮ ਦੇ ਨਾਲ ਰਿਲੇਟਡ ਟਰਮਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਦੇਖਿਆ ਕਿ ਮੈਗਨੈਟਿਕ susceptibility ਕੀ ਆ। ਹੁਣ ਦੇਖੋ ਮੈਗਨੈਟਿਕ susceptibility ਦੇ ਆਧਾਰ ਤੇ ਵੀ ਆਪਾਂ ਜਿਹੜੇ ਆ ਮਟੀਰੀਅਲਸ ਦੀ ਜਿਹੜੀ ਆ ਉਹ ਕੈਟਾਗਰੀ ਬਣਾ ਸਕਦੇ ਆ। ਜਿਵੇਂ ਅਸੀਂ ਮੈਗਨੈਟਿਕ ਜਾਂ ਮੈਗਨੇਟਿਜ਼ਮ ਦੇ ਆਧਾਰ ਤੇ ਚੀਜ਼ਾਂ ਦੀ ਵੰਡ ਕਰਦੇ ਆ ਤੇ ਅਸੀਂ ਕਹਿੰਦੇ ਆ ਕਿ ਮੈਗਨੈਟਿਕ ਕਰੈਕਟਰ ਦੇ ਆਧਾਰ ਤੇ 3 ਤਰ੍ਹਾਂ ਦੇ ਮਟੀਰੀਅਲ ਆ। ਨੰਬਰ 1 ਫੈਰੋਮੈਗਨੈਟਿਕ ਮਟੀਰੀਅਲ ਆ ਜਿਹੜੇ ਬਹੁਤ ਪ੍ਰਭਾਵਿਤ ਹੁੰਦੇ ਆ ਮੈਗਨੈਟਿਕ ਫੀਲਡ ਦੇ ਵਿੱਚ, ਲੋਹੇ ਵਰਗੇ। 2 ਨੰਬਰ ਤੇ ਪੈਰਾਮੈਗਨੈਟਿਕ ਆ ਜਿਹੜੇ ਘੱਟ ਹੁੰਦੇ ਆ। ਤੇ 3 ਨੰਬਰ ਤੇ ਆ ਡਾਇਆਮੈਗਨੈਟਿਕ ਜਿਹੜੇ ਆਪੋਜ਼ਿਟ ਪ੍ਰਭਾਵਿਤ ਹੁੰਦੇ ਆ। ਸੋ ਇਹ ਜਿਹੜੇ ਮਟੀਰੀਅਲਸ ਦੀ ਕੈਟਾਗਰੀ ਆ ਨਾ ਕਿ ਡਾਇਆ, ਪੈਰਾ ਤੇ ਫੈਰੋ, ਇਹਦੇ ਵਿੱਚ ਕੌਣ ਕਿੰਨਾ ਪ੍ਰਭਾਵਿਤ ਹੁੰਦਾ ਵਾ ਇਹ ਅਸੀਂ susceptibility constant ਤੋਂ ਵੀ ਅੰਦਾਜ਼ਾ